ਵਾਹਿਗੁਰੂ ਜੀ। ਪੈਰੋਂ ਬਾਣੀ ਭਗਤ ਕਬੀਰ ਜੀ ਕੀ, ਕਿਉਂ ਲੀਜੈ ਗੜ ਬੰਕਾ ਪਾਈ। ਦੋਵਰ ਕੋਟ ਅਰ ਤੇਵਰ ਖਾਈ। ਕਿਉਂ ਲੀਜੈ ਗੜ ਬੰਕਾ ਪਾਈ। ਦੋਵਰ ਕੋਟ ਅਰ ਤੇਵਰ ਖਾਈ। ਰਹਾਉ 5:25 ਮੋਹ ਮਦ ਮਤਸਰ। ਆਡੀ ਪਰਮਲ ਮਾਇਆ। ਜਨ ਗਰੀਬ ਕੋ ਜੋਰ ਨ ਪਹੁੰਚੈ। ਕਹਾਂ ਕਰੂੰ ਰਘੁ ਰਾਇਆ। ਕਾਮ ਕਿਵਾਰੀ ਦੁਖ ਸੁਖ ਦਰਵਾਨੀ। ਪਾਪ ਪੁੰਨ ਦਰਵਾਜਾ। ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ। ਤਹ ਮਨ ਮਾਵਾਸੀ ਰਾਜਾ। ਸਵਾਦ ਸਨਾਹ ਟੋਪ ਮਮਤਾ ਕੋ। ਕਬੁੱਧ ਕਮਾਨ ਚੜਾਈ। ਤਿਸਨਾ ਤੀਰ ਰਹੇ ਘਟ ਅੰਤਰ। ਇਉਂ ਗਾੜ ਲਿਓ ਨਾ ਜਾਈ। ਪ੍ਰੇਮ ਪਲੀਤਾ ਸੁਰਤ ਹਵਾਈ। ਗੋਲਾ ਗਿਆਨ ਚੜਾਇਆ। ਬ੍ਰਹਮ ਅਗਨ ਸਹਜੇ ਪਰ ਜਾਲੇ। ਏਕ ਹੈ ਚੋਟ ਸਿਧਾਇਆ। ਸਤ ਸੰਤੋਖ ਲੈ ਲਰਨੇ ਲਾਗਾ। ਤੋਰੇ ਦੋਏ ਦਰਵਾਜਾ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ। ਪਕੜਿਓ ਗੜ ਕੋ ਰਾਜਾ। ਭਗਵਤ ਭੀਰ ਸ਼ਗਤ ਸਿਮਰਨ ਕੀ। ਕਟੀ ਕਾਲ ਪੈ ਫਾਸੀ। ਦਾਸ ਕਮੀਰ ਚੜਿਓ ਗੜ ਊਪਰ। ਰਾਜ ਲਿਓ ਅਵਿਨਾਸੀ। ਭਗਵਤ ਭੀਰ ਸ਼ਗਤ ਸਿਮਰਨ ਕੀ। ਕਟੀ ਕਾਲ ਪੈ ਫਾਸੀ। ਦਾਸ ਕਮੀਰ ਚੜਿਓ ਗੜ ਊਪਰ। ਰਾਜ ਲਿਓ ਅਵਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਗੁਰਬਾਣੀ ਕੀਰਤਨ ਸਰਵਣ ਕਰਦਿਆਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਜੋ ਇਹ ਭਾਗਾਂ ਭਰੀਆਂ ਘੜੀਆਂ ਪ੍ਰਾਪਤ ਹੋਈਆਂ ਨੇ, ਜਿੱਥੇ ਗੁਰੂ ਹਜ਼ੂਰੀ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਜੀ ਹਰ ਰੋਜ਼ ਸੁਣਦੇ ਹੋ। ਉਸ ਦੇ ਨਾਲ ਸੰਬੰਧਿਤ ਸ਼੍ਰੀਮਨ ਭਗਤ ਕਬੀਰ ਸਾਹਿਬ ਜੀ ਦੇ ਇਹ ਪਾਵਨ ਅਮੋਲ ਬਚਨ ਭੈਰੋਂ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਪਰਮਾਤਮਾ ਨੇ ਜੋ ਸਾਡਾ ਸਰੀਰ ਬਣਾਇਆ ਬੜਾ ਅਦਭੁਤ ਹੈ, ਬੜਾ ਅਨੂਠਾ ਹੈ। ਜਿੱਥੇ ਸਰੀਰ ਦੀ ਰਚਨਾ ਪੰਜਾਂ ਤੱਤਾਂ ਤੋਂ ਕੀਤੀ ਹੈ, ਜਿੱਥੇ ਸਰੀਰ ਦੇ ਕੁਝ ਬਾਹਰਲੇ ਗਿਆਨ ਤੇ ਕਰਮ ਇੰਦਰੇ ਨੇ, ਉੱਥੇ ਸਰੀਰ ਦਾ ਇੱਕ ਅੰਤਸ਼ਕਰਨ ਹੈ ਜਿਹਨੂੰ ਆਪਾਂ ਭੀਤਰੀ ਇੰਦਰਾ ਕਹਿੰਦੇ ਹਾਂ। ਉਹਦੇ 4 ਭੇਦ ਵਿਦਵਾਨਾਂ ਨੇ ਦੱਸੇ ਨੇ। ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ ਹੈ। ਸੁਰਤ, ਮਤ, ਮਨ ਅਤੇ ਬੁੱਧ। ਮਨ ਸਾਡੀ ਉਹ ਬਿਰਤੀ ਹੈ, ਉਹ ਅਵਸਥਾ ਹੈ ਜਿੱਥੇ ਸੰਕਲਪ ਵਿਕਲਪ ਫੁਰਨੇ ਪੈਦਾ ਹੁੰਦੇ ਨੇ। ਬੁੱਧੀ ਸਾਡੇ ਅੰਦਰ ਦਾ ਇੱਕ ਉਹ ਪੱਧਰ ਹੈ ਜਿੱਥੇ ਅਸੀਂ ਸੱਚ ਝੂਠ ਦਾ ਨਿਰਣਾ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਸੁਰਤ ਉਹ ਚੀਜ਼ ਹੈ
ਜਿਹਦੇ ਨਾਲ ਅਸੀਂ ਵਸਤੂਆਂ ਨੂੰ ਚੇਤੇ ਰੱਖਦੇ ਹਾਂ, ਯਾਦ ਰੱਖਦੇ ਹਾਂ, ਸਮਰਨ ਕਰਦੇ ਹਾਂ। ਔਰ ਜਿਹਨੂੰ ਆਪਾਂ ਕਹਿੰਦੇ ਅਹੰਕਾਰ ਬੁੱਧ, ਉਹ ਹੈ ਜਿੱਥੇ ਸਾਡੀ ਮਮਤਾ ਬਣੀ ਹੁੰਦੀ ਹੈ। ਬਾਬਾ ਕਬੀਰ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ 'ਚ ਮਨ ਦਾ ਬਹੁਤ ਜ਼ਿਕਰ ਕੀਤਾ ਹੈ। ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵਾਰ-ਵਾਰ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਨੇ ਸਾਨੂੰ ਕੋ ਗਿਆਨ ਦਿੱਤਾ ਹੈ। ਮਨ ਸਾਡੀ ਜ਼ਿੰਦਗੀ ਦਾ ਡਰਾਈਵਰ ਹੈ। ਜਿਹੋ ਜਿਹਾ ਮਨ ਬਣ ਜਾਏਗਾ ਉਹੋ ਜਿਹੇ ਅਸੀਂ ਬਣ ਜਾਵਾਂਗੇ। ਮਨ ਨੂੰ ਚੰਗੀ ਸੰਗਤ ਮਿਲੀ, ਚੰਗਾ ਬਣ ਜਾਏਗਾ, ਅਸੀਂ ਜ਼ਿੰਦਗੀ ਦਾ ਆਨੰਦ ਮਾਣ ਲਾਂਗੇ। ਜਿਹਨੂੰ ਅਵਿਨਾਸ਼ੀ ਰਾਜ ਕਿਹਾ ਹੈ, ਉਹ ਅਸੀਂ ਜ਼ਿੰਦਗੀ ਦਾ ਰਾਜ ਮਾਣ ਲਵਾਂਗੇ। ਪਰ ਜੇ ਮਨ ਆਪਣੀ ਜ਼ਿੰਦਗੀ ਦੀਲੀ ਤੋਂ ਲੱਥ ਗਿਆ, ਮਨ ਮੁਖ ਬਣ ਗਿਆ, ਮਨ ਮਰਜ਼ੀ ਅਨੁਸਾਰ ਚੱਲਦਾ ਰਿਹਾ। ਅਸੀਂ ਘਰਾਂ 'ਚ ਕੁੱਤੇ ਰੱਖੇ ਹੁੰਦੇ ਨੇ, ਉਹ ਕੁੱਤੇ ਸੁੱਖ ਲਈ ਹੁੰਦੇ ਨੇ, ਸਾਡੀ ਰਖਵਾਲੀ ਕਰਨ। ਪਰ ਜੇ ਕੁੱਤਾ ਹਲਕ ਜੇ ਫਿਰ ਬੜਾ ਦੁਖਦਾਈ ਹੋ ਜਾਂਦਾ ਹੈ। ਜੰਗਲ ਵਿੱਚ ਹਾਥੀ ਫਿਰਦਾ ਹੈ, ਕਈ ਹਾਥੀ ਫਿਰਦੇ ਨੇ। ਵੈਸੇ ਜੰਗਲ ਨੂੰ ਖਤਰਾ ਕੋਈ ਨਹੀਂ ਹੈ। ਜਦੋਂ ਹਾਥੀ ਜਿਹੜਾ ਨਾ ਉਹ ਮਸਤਿਆ ਹੋ ਜਾਏ, ਬੇਕਾਬੂ ਹੋ ਜਾਏ, ਉਹ ਹਾਥੀ ਜੰਗਲ ਨੂੰ ਪੁੱਟ-ਪੁੱਟ ਕੇ ਸੁੱਟਣਾ ਸ਼ੁਰੂ ਕਰ ਦਿੰਦਾ ਹੈ। ਉਸ ਹਾਥੀ ਨੂੰ ਫੜਨਾ ਬੜਾ ਔਖਾ ਹੋ ਜਾਂਦਾ ਹੈ। ਦੁਨਿਆਵੀ ਤੌਰ ਤੇ ਗੌਰਮੈਂਟਾਂ ਨੇ, ਰਾਜੇ ਨੇ, ਉਹ ਠੀਕ ਤਰੀਕੇ ਨਾਲ ਚੱਲਣ, ਪ੍ਰਜਾ ਸੁਖੀ ਵਸਦੀ ਹੈ। ਕਈ ਵਾਰੀ ਰਾਜਿਆਂ ਦਾ ਦਿਮਾਗ ਵੀ ਖਰਾਬ ਹੋ ਜਾਂਦਾ ਹੈ, ਮਸਤੀ ਵਿੱਚ ਆ ਜਾਂਦੇ, ਹੰਕਾਰ 'ਚ ਆ ਜਾਂਦੇ ਨੇ। ਫਿਰ ਜਿਵੇਂ ਹਾਥੀ ਨੂੰ ਨਹੀਂ ਕਾਬੂ ਕਰਨਾ ਪੈਂਦਾ ਜੁਗਤ ਦੇ ਨਾਲ, ਇਵੇਂ ਦੁਨਿਆਵੀ ਰਾਜਿਆਂ ਨੂੰ ਵੀ ਜੁਗਤ ਦੇ ਨਾਲ ਲੋਕ ਕਾਬੂ ਕਰਦੇ, ਕਾਬੂ ਕੀਤੇ ਜਾ ਸਕਦੇ ਨੇ, ਕੋਈ ਨਾਮੁਮਕਿਨ ਨਹੀਂ ਹੈ। ਇਵੇਂ ਮਨ ਵੀ ਹੈ ਸਾਡਾ। ਮਨ ਕਈ ਵਾਰੀ ਮਨਮੁਖ ਬਣ ਜਾਂਦਾ ਹੈ। ਗੁਰਬਾਣੀ ਕਹਿੰਦੀ ਮਨਮੁਖ ਮਨ ਅਜਿੱਤ ਹੈ। ਮਨਮੁਖ ਮਨ ਨੂੰ ਜਿੱਤਣਾ ਬੜਾ ਔਖਾ ਹੈ। ਜਦੋਂ ਤੁਸੀਂ ਮਨ ਨੂੰ ਜਿੱਤ ਲਿਆ, ਉਹ ਬੰਦਾ ਜੱਗ ਦਾ ਜੇਤੂ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬੜੇ ਪਿਆਰੇ ਬਚਨ, ਮਨ ਜੀਤੇ ਜਗ ਜੀਤ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਮੰਮਾ ਮਨ ਸਿਉ ਕਾਜ ਹੈ, ਮਨ ਸਾਧ ਐਸਿਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਜ਼ਿੰਦਗੀ 'ਚ ਮਨ ਨਾਲ ਕੰਮ ਹੈ ਸਾਡਾ। ਜੇ ਅਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ, ਫਿਰ ਇਸ ਮਨ ਨੂੰ ਕਾਬੂ ਕਰਨਾ ਹੈ। ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਸਤਿਗੁਰੂ ਜੀ ਕਹਿੰਦੇ ਭਾਈ ਮਨ ਨਹੀਂ ਕਾਬੂ ਆਉਂਦਾ, ਮਨ ਚੰਚਲ ਹੈ, ਇਹ ਤ੍ਰਿਸ਼ਨਾ ਨਾਲ ਰਹਿੰਦਾ ਹੈ। ਮਨ ਨੂੰ ਕਈ ਸਤਿਗੁਰੂ ਜੀ ਨੇ ਬਿੰਬ ਦੇ ਕੇ, ਨਾਂ ਦੇ ਕੇ ਸਾਨੂੰ ਸਮਝਾਇਆ। ਕਿਤੇ ਕਿਹਾ ਮਨ ਕੁੰਚਰ ਕਾਇਆ ਉਦਿਆਨ। ਉਦਿਆਨ ਕਿਹਾ ਜਾਂਦਾ ਹੈ ਜੰਗਲ ਨੂੰ, ਮੈਗਲ ਕਿਹਾ ਜਾਂਦਾ ਹੈ, ਕੁੰਚਰ ਕਿਹਾ ਜਾਂਦਾ ਹੈ ਹਾਥੀ ਨੂੰ। ਸਾਡਾ ਇਹ ਮਨ ਸਰੀਰ ਰੂਪੀ ਜੰਗਲ ਵਿੱਚ ਹਾਥੀ ਵਾਂਗੂ ਮਸਤਿਆ ਫਿਰਦਾ ਹੈ। ਕਿਤੇ ਇਸ ਸਰੀਰ ਨੂੰ ਨਗਰੀ ਕਹਿ ਕੇ ਮਨ ਬਾਲਕ, ਮਨ ਨੂੰ ਬਾਲਕ ਨਾਲ ਤੁਲਨਾ ਦਿੱਤੀ ਹੈ। ਕਿਤੇ ਮਨ ਨੂੰ ਬਾਸੇ ਨਿਤ ਜਿਉ ਭੁੰਦੇ ਆ। ਬਾਸਾ ਇੱਕ ਜਿਵੇਂ ਬਾਜ ਹੁੰਦਾ ਹੈ, ਇਵੇਂ ਇੱਕ ਬਾਸਾ ਹੁੰਦਾ ਹੈ, ਉਹ ਹਰ ਵੇਲੇ ਉੜਦਾ ਰਹਿੰਦਾ ਹੈ। ਮਨ ਨੂੰ ਉਹਦੇ ਨਾਲ ਤੁਲਨਾ ਦਿੱਤੀ ਹੈ। ਕਿਤੇ ਮਨ ਨੂੰ ਸੱਪ ਦੇ ਨਾਲ ਤੁਲਨਾ ਦਿੱਤੀ ਹੈ, ਕਿਤੇ ਮਨ ਨੂੰ ਘੋੜੀ ਨਾਲ ਤੁਲਨਾ ਦਿੱਤੀ ਹੈ। ਮਨ ਦੇ ਕਈ ਰੂਪ ਦੱਸੇ ਨੇ। ਇੱਥੇ ਸਤਿਗੁਰੂ ਜੀ ਕਹਿੰਦੇ ਕਿ ਮਨ ਜਿਹੜਾ ਹੈ ਨਾ, ਉਹ ਆਪ ਹੁਦਰਾ ਹੋ ਕੇ ਇਸ ਸਰੀਰ ਤੇ ਕਬਜ਼ਾ ਕਰਕੇ ਬੈਠ ਗਿਆ ਹੈ। ਮਨ ਬੇਕਾਬੂ ਹੋ ਗਿਆ ਹੈ। ਇਹ ਮਨ ਨੂੰ ਕਾਬੂ ਕਰਨਾ ਬੜਾ ਔਖਾ। ਸਾਧੋ ਇਹ ਮਨ ਗਿਆ ਨਾ ਜਾਈ। ਇਹ ਭਾਈ ਪੁਰਖੋ, ਇਹ ਮਨ ਕਾਬੂ ਕਰਨਾ ਔਖਾ ਹੈ। ਇਹ ਬੜਾ ਚੰਚਲ ਹੈ, ਇਹ ਤ੍ਰਿਸ਼ਨਾਲੂ ਬਣ ਗਿਆ ਹੈ, ਇਸ ਕਰਕੇ ਕਦੀ ਟਿਕਦਾ ਨਹੀਂ। ਇਹਨੂੰ ਟਿਕਾਉਣਾ ਹੀ ਬੜਾ ਔਖਾ ਹੈ। ਮਨ ਸਾਧ ਸਿੱਧ ਹੋਏ। ਜਦੋਂ ਕੋਈ ਮਨ ਨੂੰ ਸਾਧ ਲਏਗਾ, ਮਨ ਨੂੰ ਕਾਬੂ ਕਰ ਲਏਗਾ, ਉਹ ਤੇ ਸਾਧ ਬਣ ਗਿਆ। ਸਾਧ ਦਾ ਅਰਥ ਇਹ ਨਹੀਂ ਕਿ ਕੱਪੜੇ ਪਾ ਲਏ। ਸਾਧ ਦਾ ਸੰਤ ਦਾ ਅਰਥ ਇਹ ਨਹੀਂ ਕਿ ਕਿਸੇ ਖਾਸ ਥਾਂ ਤੇ ਬੈਠਾ ਲੋਕਾਂ ਨੇ ਮੱਥੇ ਟੇਕੇ ਤੇ ਸੰਤ ਬਣ ਗਿਆ, ਜਾਂ ਮੀਡੀਆ ਨੇ ਸੰਤ ਬਣਾਤਾ। ਅੱਜ ਕੱਲ ਬਹੁਤ ਹੀ ਗੌਰਮੈਂਟ ਹੀ ਸੰਤ ਪੈਦਾ ਕਰਦੀ ਹੈ। ਸਾਧ ਅਰਥ ਜਿਹਨੇ ਮਨ ਨੂੰ ਸਾਧ ਲਿਆ। ਮਨ ਸਾਧ ਹੈ, ਸਿੱਧ ਹੋਏ, ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾਧ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ मन पंच तत्व को जियो। ये मन जो उन्मन रहे तो तीन लोक की बातें कहे। ये मन जे परमात्मा नाल जुड़दा है ते परमात्मा बन जाता है। ये मन जे माया नाल जुड़दा है ते माया बन जाता है। ये मन जे शरीर नाल जुड़दा है ते मन शरीर वर्गा बन जाता है। मन बेकाबू हो गया। इस बेकाबू मन ने शरीर ते राज करना शुरू करता, सारे इंद्रियां नूं काबू कर लिया। इस मन नूं पकड़ना बड़ा औखा है।
ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਕਈ ਅਲੰਕਾਰ ਵਰਤ ਕੇ ਸਾਨੂੰ ਇਸ ਮਨ ਨੂੰ ਕਾਬੂ ਕਰਨ ਦੀ ਜੁਗਤ ਦਰਸਾਈ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬੜਾ ਹੀ ਅਮੋਲ ਸ਼ਬਦ ਹੈ, ਜਿਹਨਾਂ ਨੇ ਕਹਿੰਦੇ ਕਿ ਮਨ ਮਾਵਾਸੀ ਰਾਜਾ, ਮਨ ਇੱਕ ਬਾਗੀ ਰਾਜੇ ਦੀ ਨਿਆਈ ਹੈ। ਰਾਜਾ ਬਾਗੀ ਹੋ ਜਾਏ ਉਹ ਬੜਾ ਨੁਕਸਾਨ ਕਰਦਾ ਹੈ, ਮੁਲਕ ਦਾ ਨੁਕਸਾਨ ਕਰਦਾ ਹੈ। ਉਹਨੂੰ ਕਾਬੂ ਕਰਨ ਲਈ ਬਹੁਤ ਸੰਘਰਸ਼ ਕਰਨੇ ਪੈਂਦੇ ਨੇ, ਬੜੇ ਬੜੇ ਤਗੜੇ ਅੰਦੋਲਨ ਕਰਨੇ ਪੈਂਦੇ ਜਦੋਂ ਰਾਜਾ ਬਾਗੀ ਹੋ ਜਾਏ। ਮਨ ਬਾਗੀ ਹੋ ਗਿਆ ਹੈ, ਮਨ ਨੂੰ ਕਾਬੂ ਕਰਨ ਦੇ ਲਈ ਇਹ ਸਰੀਰ ਦੇ ਉੱਪਰ ਰਾਜ ਹੀ ਜਮਾ ਕੇ ਬੈਠ ਗਿਆ ਹੈ। ਮਨ ਤਾਂ ਸੇਵਾਦਾਰ ਸੀ ਪਰ ਇਹ ਕਬਜ਼ਾ ਕਰਕੇ ਬੈਠ ਗਿਆ ਹੈ, ਔਰ ਇਹਨੇ ਆਪਣੇ ਬਚਾਅ ਦੇ ਲਈ ਬੜੀ ਤਗੜੀ ਫੌਜ ਰੱਖ ਲਈ ਹੈ, ਬੜੇ ਤਗੜੇ ਸਾਧਨ ਰੱਖੇ ਹੋਏ ਨੇ। ਹੁਣ ਇਸ ਮਨ ਨੂੰ ਕਿਵੇਂ ਕਾਬੂ ਕਰਨਾ ਹੈ? ਬਾਬਾ ਕਬੀਰ ਸਾਹਿਬ ਜੀ ਜੋ ਗਿਆਨ ਇਸ ਮੁਖ ਵਾਕ ਦੇ ਰਾਹੀਂ ਦੇ ਰਹੇ ਨੇ। ਪਹਿਲੀ ਗੱਲ, ਮਨ ਬੇਕਾਬੂ ਹੋ ਕੇ ਸਾਡਾ ਕੀ ਨੁਕਸਾਨ ਕਰਦਾ ਹੈ। ਮਨ ਨੇ ਆਪਣੇ ਬਚਾਅ ਲਈ ਕਿਹੜੇ ਕਿਹੜੇ ਸਾਧਨ ਬਣਾਏ ਹੋਏ ਨੇ, ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਮਨ ਦੀ ਫੇਰ ਵਿੱਚ ਨੇ, ਔਰ ਇਸ ਮਨ ਨੂੰ ਕਾਬੂ ਕਰਕੇ ਅਸੀਂ ਜ਼ਿੰਦਗੀ 'ਚ ਕਿੰਨੇ ਮਹਾਨ ਬਣ ਸਕਦੇ, ਕਿੰਨੇ ਉੱਚੇ ਉੱਠ ਸਕਦੇ, ਅਸੀਂ ਜ਼ਿੰਦਗੀ ਦਾ ਅਵਿਨਾਸ਼ੀ ਰਾਜ ਪ੍ਰਾਪਤ ਕਰ ਸਕਦੇ। ਅਵਿਨਾਸ਼ੀ, ਇਹ ਦੁਨੀਆ ਦੇ ਰਾਜ ਭਾਗ ਅਵਿਨਾਸ਼ੀ ਨਹੀਂ ਹੈ, ਇਹ ਤੇ ਆਉਂਦੇ ਜਾਂਦੇ ਰਹਿਣੇ ਨੇ। ਤੇ ਵਾਹਿਗੁਰੂ ਜੀ ਨੇ ਡਿਊਟੀਆਂ ਲਗਾਈਆਂ ਨੇ ਕਿ ਆਪਾਂ ਜ਼ਿੰਦਗੀ ਦਾ ਆਨੰਦ ਲੈ ਲਈਏ। ਪਰ ਅਵਿਨਾਸ਼ੀ ਰਾਜ ਜਿਸ ਮਨੁੱਖ ਨੂੰ ਮਿਲ ਜਾਂਦਾ ਹੈ ਉਹ ਤੇ ਸਦਾ ਹੀ ਰਾਜਾ ਰਹਿੰਦਾ, ਉਹਨੂੰ ਕੋਈ ਚਿੰਤਾ ਨਹੀਂ ਰਹਿੰਦੀ। ਭਗਤ ਕਬੀਰ ਸਾਹਿਬ ਜੀ ਜੋ ਬਚਨ ਸਾਨੂੰ ਦੇ ਰਹੇ ਨੇ, ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਬਖਸ਼ ਰਹੇ ਨੇ। ਆਓ ਆਪਾਂ ਮਿਲ ਕੇ ਇਸ ਪਾਵਨ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ। ਗੁਰਬਾਣੀ 'ਚ ਸੁੱਤ ਜੋੜਦੇ ਆਂ, ਮਨ ਬਿਰਤੀਆਂ ਗੁਰ ਚਰਨਾਂ ਨਾਲ ਜੋੜਦੇ ਆਂ। ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਕਿਉਂ ਲੀਜੈ ਗੜ ਬੰਕਾ ਪਾਈ। ਭਗਤ ਕਬੀਰ ਸਾਹਿਬ ਜੀ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1161 ਅਤੇ 62 ਤੇ ਭੈਰੋ ਰਾਗ ਵਿੱਚ ਅੰਕਿਤ ਨੇ। ਭਗਤ ਸਾਹਿਬ ਜੀ ਕਹਿੰਦੇ ਕਿਉਂ ਲੀਜੈ ਗੜ ਬੰਕਾ ਪਾਈ। ਗੜ ਮੈਣਾ ਗੜ, ਗੜ ਮੈਣਾ ਕਿਲਾ। ਕਹਿੰਦੇ ਕਿ ਇਹ ਸਰੀਰ ਦਾ ਕਿਲਾ ਬੜਾ ਪੱਕਾ ਹੈ, ਇਹਨੂੰ ਕਿਵੇਂ ਜਿੱਤਿਆ ਜਾਏ, ਕਿਲੇ ਨੂੰ ਕਿਵੇਂ ਸਰ ਕੀਤਾ ਜਾਏ। ਕਿਉਂਕਿ ਇਹ ਜਿਹੜਾ ਕਿਲਾ ਹੈ ਨਾ, ਇਹਦੇ ਅੰਦਰ ਮਨ ਮਵਾਸੀ ਬਾਗੀ ਰਾਜਾ ਹੋ ਕੇ ਬੜਾ ਆਕੀ ਰਾਜਾ ਬਣ ਕੇ ਬੈਠ ਗਿਆ। ਹੁਣ ਰਾਜੇ ਤੱਕ ਪਹੁੰਚਣਾ ਹੈ ਤੇ ਕਿਲਾ ਜਿੱਤਣਾ ਪਏਗਾ ਨਾ, ਕਿਲੇ ਦੇ ਅੰਦਰ ਜਾਣਾ ਪਵੇਗਾ। ਬਾਰ-ਬਾਰ ਘੁੰਮਿਆ ਗੱਲ ਨਹੀਂ ਬਣਨੀ। ਮਨੁੱਖ ਦਰਅਸਲ ਚਾਹੁੰਦਾ ਤੇ ਅਵਿਨਾਸ਼ੀ ਸੁੱਖ ਹੈ, ਚਾਹੁੰਦਾ ਤੇ ਜ਼ਿੰਦਗੀ ਦਾ ਆਨੰਦ ਹੈ, ਪਰ ਉਹ ਕਹਿੰਦੇ ਸਾ ਜੰਗਲਾਂ ਚੋਂ ਮਿਲ ਜਾਏਗਾ। ਉਹ ਸੋਚਦਾ ਕਿ ਪਹਾੜਾਂ ਤੇ ਚੜ੍ਹਿਆ ਮਿਲ ਜਾਏਗਾ, ਤੀਰਥਾਂ ਤੇ ਫਿਰਿਆ ਮਿਲ ਜਾਏਗਾ, ਹੋਰ ਬਹੁਤ ਤਰ੍ਹਾਂ ਦੇ ਸਾਧਨ ਕਰਦਾ ਹੈ। ਬਜਾਏ ਇਹਦੇ ਕਿ ਉਹ ਇਸ ਕਿਲੇ ਦੇ ਅੰਦਰ ਵੜੇ, ਉਹ ਕਿਲੇ ਦੇ ਦੁਆਲੇ ਧੂਣੀਆਂ ਤੌੜੀਆਂ ਸ਼ੁਰੂ ਕਰ ਦਿੰਦਾ ਹੈ, ਕਿਲੇ ਤੇ ਸੋਹਾ ਮਲਣੀ ਸ਼ੁਰੂ ਕਰ ਦਿੰਦਾ ਹੈ। ਉਹ ਸੋਚਦਾ ਕਿ ਕਿਲੇ ਦਾ ਰਾਸ਼ਨ ਪਾਣੀ ਬੰਦ ਕਰ ਦਿਓ ਤਾਂ ਹੀ ਮਨ ਕਾਬੂ ਆ ਜਾਏਗਾ। ਉਹ ਸੋਚਦਾ ਭੁੱਖੇ ਰਹਿ ਲਓ ਮਨ ਕਾਬੂ ਆ ਜਾਏਗਾ, ਜਾਂ ਤੁਸੀਂ ਪੌਣ ਹਾਰੀ ਬਣ ਜਾਓ ਮਨ ਕਾਬੂ ਆ ਜਾਏਗਾ। ਸਤਿਗੁਰੂ ਜੀ ਕਹਿੰਦੇ ਮਨ ਏਦਾਂ ਕਾਬੂ ਨਹੀਂ ਆਏਗਾ। ਮਨ ਨੂੰ ਕਾਬੂ ਕਰਨਾ ਹੈ, ਇਸ ਸਰੀਰ ਦੇ ਕਿਲੇ ਦੇ ਅੰਦਰ ਜਾਣਾ ਪਏਗਾ, ਇਹਨੂੰ ਜਿੱਤਣਾ ਪਏਗਾ। ਔਰ ਇਹ ਸਰੀਰ ਦਾ ਕਿਲਾ ਹੈ ਬੜਾ ਮਜ਼ਬੂਤ ਹੈ, ਇਹਨੂੰ ਕਿਵੇਂ ਜਿੱਤਿਆ ਜਾਏ? ਗੜ ਬੰਕਾ, ਬੰਕਾ ਮੈਣਾ ਬੜਾ ਪੱਕਾ, ਇਹ ਬੜਾ ਮਜ਼ਬੂਤ ਕਿਲਾ ਹੈ। ਦੋਵਰ ਕੋਟ ਅਰ ਤੇਵਰ ਖਾਈ। ਇਸ ਕਿਲੇ ਨੂੰ ਜਿੱਤਣ ਤੋਂ ਪਹਿਲਾਂ ਇਹਦੇ 4 ਸਵੇਰੇ ਦੋਰੀਆਂ ਦਵੈਤ ਦੀਆਂ ਫਸੀਲਾਂ ਨੇ, ਕੰਧਾਂ ਨੇ। ਦੋਵਰ ਦਾ ਅਰਥ ਹੈ ਦਵੈਤ, ਦਵੈਤ ਦੀਆਂ ਦੋਰੀਆਂ। ਆਪਾਂ ਦੇਖਦੇ ਹਾਂ ਕਿਲੇ ਦੀ ਵੱਡੀ ਜੋ ਦੀਵਾਰ ਹੁੰਦੀ ਹੈ, ਕਿਲੇ ਦਾ ਜੋ ਮੇਨ ਵਾਲ ਹੁੰਦੀ ਹੈ, ਉਹਦੇ ਤੋਂ ਪਹਿਲਾਂ ਬੜੀਆਂ ਰੁਕਾਵਟਾਂ ਹੁੰਦੀਆਂ ਨੇ। ਉਸ ਕਿਲੇ ਦੀ ਕੰਧ ਤੱਕ ਜਾਣ ਲਈ ਵੀ ਬਹੁਤ ਰੁਕਾਵਟਾਂ ਹੁੰਦੀਆਂ ਨੇ। ਅੰਦਰ ਜਾਣਾ ਤੇ ਇੱਕ ਬੜੀ ਵੱਖਰੀ ਗੱਲ ਹੈ। ਦੋਵਰ ਕੋਟ, ਇਸ ਕਿਲੇ ਦੀਆਂ ਦੋਹਰੀਆਂ ਦਰਵਾਜ਼ਾਂ ਨੇ, ਦਵੈਤ ਦੀ ਦਰਬਾਰ ਹੈ। ਤੇਵਰ ਖਾਈ, ਤੇਵਰ ਦਾ ਅਰਥ ਹੈ 3 ਗੁਣ, ਰਜ ਗੁਣ, ਤਮ ਗੁਣ, ਸਤ ਗੁਣ। ਇਸ ਕਿਲੇ ਦੇ ਦੁਆਰੇ 3 ਖਾਈਆਂ ਪੁੱਟੀਆਂ ਹੋਈਆਂ ਨੇ ਜਿਹੜੀਆਂ ਪਾਣੀ ਨਾਲ ਭਰੀਆਂ ਨੇ। ਰਜ ਗੁਣ, ਤਮ ਗੁਣ, ਸਤ ਗੁਣ। ਜਦੋਂ ਤੁਸੀਂ ਕਿਲੇ 'ਚ ਵੜਨ ਲੱਗੋਗੇ ਦਵੈਤ ਰੋਕੇਗੀ ਤੁਹਾਨੂੰ। ਮਾੜਾ ਜਿਹਾ ਬੰਦਾ ਧਰਮ ਨਾਲ ਜੁੜਦਾ ਹੈ ਨਾ, ਮਾੜਾ ਜਿਹਾ ਬੰਦਾ ਧਾਰਮਿਕ ਬਣਦਾ ਹੈ, ਉਹ ਕਹਿੰਦਾ ਮੇਰਾ ਧਰਮ ਚੰਗਾ ਹੈ, ਉਹਦਾ ਧਰਮ ਮਾੜਾ ਹੈ। ਤੁਸੀਂ ਦੇਖਦੇ ਧਰਮ ਦੀ ਦੁਨੀਆ 'ਚ ਦਵੈਤ, ਈਰਖਾ, ਦੂਜੇ ਧਰਮਾਂ ਨੂੰ ਮਾੜਾ ਕਹਿਣਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਧਰਮ ਦੇ ਨਾਂ ਤੇ ਮੈਨ ਪਾਵਰ, ਮਨੀ ਪਾਵਰ ਬਹੁਤ ਲੱਗ ਰਹੀ ਹੈ।
जिन्ना अपने मुल्क दे अंदर धर्म दे नां ते इकट्ठ हुंदे ने, वड्डियां वड्डियां लखां दी तादाद च भीड़ां हुंदियां ने। साडा मुल्क तां जिहड़ा है स्वर्ग बनना चाहिए, पर ये नरक क्यों बनता जा रहा है? क्योंकि किसी मनुख नूं पता ही नहीं है कि किवें किले दे अंदर जाना है। वो ते बाहर दवैत दियां जिहड़ियां खाइयां ने इत्थे फसदा चलिया जांदा है। दवैत तेवर खाई, 3 डूंघियां खालियां आले दुआले नहीं पुट्टियां होंदियां कि किले तक कोई पहुंचे ना, उहदे च पानी भरिया हुंदा है। एक नहीं 3 आम किलियां दे दुआले ते एक ही हुंदी है, आपां देखी है, हो सकदा ज्यादा भी होण। पर इस किले ते कोल पहुंचण तो रोकण दे लई 3 डूंघियां खालियां जां नाले पुट्टे होए ने, जिहदे विच पानी भरिया पिया है, रस गुण, तम गुण, सत गुण। गुरु नानक साहब जी ने गल की, माया जल खाई पानी कर बंधिया। ये माया दे नाल भरियां पईयां ने खाइयां, रजो गुण तमो गुण, इत्थे माया दा पानी भरिया पिया। साहब जी कहंदे इस किले नूं किवें जित्तिया जाए, जिथे दोहरियां फसीलां ने, वड्डियां वड्डियां 2 दीवारां ने जिहदे दुआले, और जिहदे दुआले 3 ये जिहड़ियां रजगुण तम गुण दीयां खाइयां पुट्टियां होईयां ने। रहाओ 5 25 मोह मद मत्सर आडी पर मल माया। 5 में ना 5 काम क्रोध लोभ मोह हंकार, ये 5 बार रखवाले ने इहदे। जदों तुसीं इधर नूं जाण लगोगे तुहाडे अंदर अहंकार आ जाएगा, तुहाडे अंदर होर विकार जिहड़े ने पैदा होने शुरू हो जाएंगे, लोभ पैदा शुरू हो जाएगा। बहुत लोग धार्मिक ने, पर माफ करना बहुते धार्मिक लोभ करके ने, बहुते इस करके धर्म नाल जुड़े ने कि साडी आ कामना पूरी हो जाएगी, साडी आ लोड़ पूरी हो जाएगी, बाबा जी पासों आ मंग लवांगे, इन्ने पाठ करके आ मंग लवांगे। इत्थे अड़ गया बंदा। धर्म जिन्हों आपां जिंदगी दा कहने आ, उहदे तक पहुंचण लई ते बड़ी मेहनत करनी पैंदी है। तुसीं जदों भी जिंदगी च कुछ महान बनना है, तुसीं डॉक्टर बनना है, बड़ी मेहनत करनी पेगी। इंजीनियर बनना है, बड़ी मेहनत करनी पेगी। तुसीं चंगे सफल व्यापारी बनना है, बड़ी मेहनत करनी पेगी। तुसीं कुछ भी नहीं बनना, वो गल वखरी है। मूर्ख बन लई किहड़ी मेहनत करनी पैंदी है? मूर्ख बन लई ते किते डिग्री नहीं लैनी पैंदी, कॉलेज नहीं जाना पैंदा, किते इंस्टीट्यूट नहीं जाना पैंदा, वो ते है ही आपां। तुसीं चंगी फसल उगाउणी है, मेहनत करनी पेगी। तुसीं पहाड़ ते चढ़ना है, मेहनत करनी पेगी। नीवें पासे जाना है, जां तुसीं कुछ नहीं उगाउणा चाहुंदे, कुछ ना बीजो, आपे ही जड़ियां बूटियां ते उगी पैणियां ने। एक फसल ना बीजो, एक सीजन किते पैलियां खाली रह जाण ते उते पता नहीं की कुछ उग पैंदा, अक दे बूटे उग पैंदे ने, और अनेक तरह दीयां झाड़ियां उग पैंदियां ने। तुसीं जिंदगी अंदर अध्यात्मक तौर ते अविनाशी राज लैना, अविनाशी सुख प्राप्त करना, ते उहदे लई किले नूं जितना पएगा। पर इस किले तक पहुंचण लई दोहरियां फसीलां पार करनियां पैणगीਆਂ, 3 खाइयां पार करनियां पैणगीਆਂ, रजगुण तमगुण सदगुण तो अगे लंघना पएगा। फिर 5 काम क्रोध लोभ अहंकार नूं जितना पएगा। सूरमा वो नहीं है जिहड़ा एवें लोकां नूं कुੱਟੀ जाए, मारी जाए। कोई सूरमा इदों वड्डा बुजदिल हुंदा ही कोई नहीं जिहड़ा लोकां नूं नजायज़ कुੱਟੀ जाए। लोकां नूं कौन कुੱਟਦਾ है, लोकां नूं कौन दबाउंदा है? जिहड़ा बुजदिल हुंदा है, कायल हुंदा है, डरिया होया बंदा, दूजियां नूं डराउणा चाहुंदा है। तुसीं मतां सोचना कि पॉलिटिशियन बड़े दलेर ने, बड़े डरे होए ने, बड़े डरपोक ने। जे दलेर ने ते अपने मुल्क च कल्लियां फिर के देखण, जरा किसी गली च गुजर के देखण, फिर जे ठीक ठाक आ गए समझांगे वाकई ही दलेर ने, वाकई इंसान ने। ना ये इंसान ने, ना ये दलेर ने, ये बुजदिल ने। ये चलाकियां नाल राज गद्दियां ते कब्जे करके प्रोटैक्शन लैंदे ने, लोकां दी माया दे नाल पुलिस अपने दिवाले लाउंदे ने, बुजदिल ने। सूरमा वो हुंदा है जिहड़ा अपने मन नूं जित ले। नानक सो सूरा वरियाम जिन विचों दुष्ट अहकरण मारिया, जिन मिल मारे पंच सूर वीर ऐसो कौन बली रे। जिहड़ा पंजां नूं जित ले, बली ते वो है। सतगुरु जी कहंदे 5 25 सब तो पहला 5 नाल वाह पेगा, काम क्रोध लोभ अहंकार। तुसीं 3 खाइयां पार भी कर जाओगे, तुसीं ये दीवारां पार भी करोगे। पर इत्थे 5 बैठे हुए ने बड़े महान योद्धे। 25 10 25 प्रकृतियां गिणियां ने, साख मात्रा वालियां ने 25 प्रकृतियां गिणियां ने। जिवें प्रकृति है, उहदे विच रूप है, रस है, गंध है, सुगंध है। ये 25 प्रकृतियां इहो जिहियां गिणियां ने जिहड़ियां ओह तुहाडे रस्ते विच खड़ियां ने।
ਤੁਸੀਂ ਰੂਪ ਦੇ ਡੁੱਲ ਜਾਓਗੇ, ਤੁਸੀਂ ਰਸ ਦੇ ਉੱਪਰ ਚਸਕਿਆਂ 'ਚ ਪੈ ਜਾਓਗੇ, ਤੁਸੀਂ ਕੰਨ ਰਸ ਵਿੱਚ ਪੈ ਜਾਓਗੇ, ਤੁਹਾਨੂੰ ਉਸ ਤੋਂ ਬੜੀ ਚੰਗੀ ਲੱਗੇਗੀ। ਬਹੁਤ ਬੰਦਗੀ ਕਰਦਾ ਜੀ ਇਹ ਤਾਂ, ਬਹੁਤੇ ਇੱਥੇ ਜਾ ਕੇ ਅੜ ਜਾਂਦੇ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚੱਲ ਇੱਥੇ ਹਰ ਮਿਲਨ ਕੋ ਬੀਚੇ ਅਟਕਿਓ। ਰਸਤੇ 'ਚ ਹੀ ਚਿੱਤ ਅੜ ਗਿਆ। ਲੋਕਾਂ ਨੇ ਮੱਥਾ ਟੇਕਿਆ, ਲੋਕਾਂ ਨੇ ਚੜ੍ਹਤੇ ਚੜਾਵੇ ਲਿਆਉਂਦੇ ਤੇ ਬਸ ਪ੍ਰਮਾਤਮਾ ਭੁੱਲ ਗਿਆ। ਹੁਣ ਤੇ ਇੱਕੋ ਖਿਆਲ ਹੈ ਕਿ ਸ਼ਰਧਾਲੂਆਂ ਦੀ ਗਿਣਤੀ ਵਧਣੀ ਚਾਹੀਦੀ, ਡੇਰਾ ਵੱਡਾ ਬਣਨਾ ਚਾਹੀਦਾ ਹੈ, ਰੌਣਕ ਲੱਗੀ ਰਹਿਣੀ ਚਾਹੀਦੀ ਹੈ। ਭਾਵੇਂ ਹੁਣ ਇਹ ਰੌਣਕ ਵਧਾਉਣ ਲਈ ਦੁਨਿਆਵੀ ਮਨਿਸਟਰਾਂ ਨਾਲ ਸਾਂਝ ਨਾ ਪਾਉਣੀ ਪਏ, ਇਹ ਵਧਣੀ ਚਾਹੀਦੀ। 5-25 ਇਹ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਾਅਦ 25 ਪ੍ਰਕਿਰਤੀਆਂ ਬੈਠੀਆਂ ਨੇ। ਰੂਪ ਰਸ ਗੰਧ ਸੁਗੰਧ ਇਹ ਬੈਠੀਆਂ ਹੋਈਆਂ ਨੇ, ਜਿਹੜੀਆਂ ਤੁਹਾਡੇ ਰਸਤੇ ਨੂੰ ਰੋਕਣ ਲਈ ਖੜੀਆਂ ਨੇ। ਆਡੀ ਪਰਬਲ ਮਾਇਆ। ਆਡੀ ਦਾ ਅਰਥ ਹੁੰਦਾ ਆੜੀ, ਇੱਕ ਲਫ਼ਜ਼ ਹੈ ਪਿੰਡਾਂ 'ਚ ਅਸੀਂ ਵਰਤਦੇ ਜ਼ਿਮੀਂਦਾਰ ਲੋਕ, ਆੜ, ਜਿਹਨੂੰ ਖਾਲ ਵੀ ਕਹਿੰਦੇ। ਆੜ ਦਾ ਅਰਥ ਹੁੰਦਾ ਕਿ ਇੱਧਰ ਬੰਨਾ ਲਾਇਆ ਕਿ ਇੱਧਰ ਆੜ ਦੇਤੀ, ਵਿੱਚ ਦੀ ਪਾਣੀ ਕੱਢਣਾ, ਇਹਨੂੰ ਆੜ ਕਹਿੰਦੇ ਨੇ। ਆਡੀ ਜਿਹਨੂੰ ਕਹਿੰਦੇ ਆੜ ਲੈਣੀ, ਆਸਰਾ ਲੈਣਾ ਕਿਸੇ ਚੀਜ਼ ਦਾ। ਆਡੀ ਪਰਬਲ ਮਾਇਆ, ਇਹ ਮਨ ਨੇ ਮਾਇਆ ਦਾ ਆਸਰਾ ਲਿਆ ਹੋਇਆ। ਮਾਇਆ ਬੜੀ ਪ੍ਰਬਲ ਹੈ। ਮਾਇਆ ਇੰਨੀ ਪ੍ਰਬਲ ਹੈ, ਸਰਪਨੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ। ਬ੍ਰਹਮਾ ਵਰਗੇ ਮਾਇਆ ਦੇ ਢੇ ਚੜ ਗਏ, ਮਹਾਦੇਵ ਮਾਇਆ ਦੇ ਢੇ ਚੜ ਗਿਆ, ਵਿਸ਼ਨੂੰ ਮਾਇਆ ਦੇ ਢੇ ਚੜ ਗਿਆ। ਮਾਇਆ ਐਸੀ ਮੋਹਣੀ ਭਾਈ, ਜੇਤੇ ਜੀਤੇ ਤੇ ਦਹਿਕਾਈ। ਮਾਇਆ ਤੇ ਇਹੋ ਜੀ ਚੀਜ਼ ਹੈ, ਜਿੰਨੇ ਜੀਵ ਉਹਨਾਂ ਨੂੰ ਸਮੁੱਚਾ ਹੀ ਨਿਗਲੀ ਚਲੀ ਜਾਂਦੀ ਹੈ, ਗ੍ਰਸੀ ਚਲੀ ਜਾ ਰਹੀ ਹੈ। ਮਾਇਆ ਤੋਂ ਬਚਣਾ ਬੜਾ ਔਖਾ ਹੈ। ਆਡੀ ਪਰਬਲ ਮਾਇਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਈ ਰੂਪ ਬਣਾ ਕੇ ਮਾਇਆ ਹੁੰਦੀ ਹੈ। ਤੁਸੀਂ ਸਾਰੇ ਰਸਤਿਆਂ ਨੂੰ ਪਾਰ ਕਰ ਗਏ ਹੋ, ਰੱਬ ਦੀ ਬੰਦਗੀ ਜੁੜ ਗਏ ਹੋ, ਤੁਸੀਂ ਰੱਬ ਦਾ ਸਿਮਰਨ ਕਰ ਗਏ ਹੋ। ਜ਼ਰੂਰੀ ਨਹੀਂ ਕਿ ਮਾਇਆ ਬਾਹਰੋਂ ਆ ਕੇ ਵਾਰ ਕਰੇ, ਜ਼ਰੂਰੀ ਨਹੀਂ ਮਾਇਆ ਧਨ ਦੌਲਤ ਦੇ ਰੂਪ ਚ ਵਾਰ ਕਰੇ, ਜ਼ਰੂਰੀ ਨਹੀਂ ਮਾਇਆ ਕਿਤੇ ਬਾਹਰਲੇ ਦਿਖ ਦੇ ਰੂਪ ਚ ਵਾਰ ਕਰੇ। ਮਾਇਆ ਤੇ ਅੰਦਰੋਂ ਵਾਰ ਕਰ ਦਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਾਇਆ ਦੇ ਰੂਪ ਵਰਣਨ ਕੀਤੇ। 3 ਬਾਰੇ ਨੇ। ਇੱਕ ਇਹ ਹੈ ਕਿ ਮੋਤੀ ਦਾ ਮੰਦਰ ਉਸਰੇ ਰਤਨੀ ਤਾਂ ਹੋਏ, ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ, ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਵੇ ਨਾ। ਵੱਡੇ ਵੱਡੇ ਘਰ ਹੋਣ, ਮੋਤੀਆਂ ਨਾਲ ਜੜਤ ਵਿੱਚ ਸੁਗੰਧੀ ਦੇ ਪਦਾਰਥ, ਚੰਦਨ ਦਾ ਲੇਪ ਹੀ ਕੀਤਾ ਹੋਇਆ। ਫਿਰ ਇਹਨਾਂ ਘਰਾਂ ਦੇ ਅੰਦਰ ਮਨ ਭੁੰਦੇ ਸੁਖ, ਐਸੋ ਇਸਰ ਦੇ ਸਾਧਨ ਹੋਣ, ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਬਸਾਓ। ਸੋਹਣੇ ਪਲੰਗ ਹੋਣ, ਪਲੰਗਾਂ ਦੇ ਸਾਰੇ ਸੁੱਖ ਹੋਣ, ਸੁੰਦਰ ਸੇਜਾਂ ਹੋਣ। ਇਹ ਦੂਸਰਾ ਰੂਪ। ਤੀਸਰਾ ਸੁਲਤਾਨ ਹੋਵਾਂ, ਮੇਲ ਲਸ਼ਕਰ ਤਖਤ ਰਾਖਾਂ ਪਾਓ। ਮੇਰੇ ਕੋ ਰਾਜਨੀਤਿਕ ਪਾਵਰ ਵੀ ਹੋਏ, ਰਾਜਾ ਹੋਵਾਂ, ਮੈਂ ਤਖਤ ਤੇ ਬੈਠਾ ਹੋਵਾਂ, ਹੁਕਮ ਕਰੀ ਜਾਵਾਂ, ਦੁਨੀਆ ਮੇਰੇ ਹੁਕਮ ਦੇ ਅੱਗੇ ਸਿਰ ਹੀ ਝੁਕਾਈ ਜਾਏ। ਜਿਹੜਾ ਨਾ ਝੁਕਾਏ ਉਹਨੂੰ ਪੁਲਿਸ ਕੋਲੋਂ ਕੁਟਾ ਦੇਵਾਂ, ਉਹਨੂੰ ਜੇਲ੍ਹ ਵਿੱਚ ਸੁੱਟ ਦੇਵਾਂ। ਏਡਾ ਮੇਰਾ ਹੁਕਮ ਚੱਲੇ, ਮੇਰੇ ਹੁਕਮ ਦੇ ਅੱਗੇ ਬੋਲੇ ਕੋਈ ਨਾ। ਇੱਕ ਅੰਦਰਲਾ ਰੂਪ ਹੈ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ। ਸਿੱਧ ਬਣ ਜਾਵਾਂ, ਕਦੀ ਮੈਂ ਜਿੱਥੇ ਜੀ ਕਰੇ ਲੁਕ ਜਾਵਾਂ, ਜਿੱਥੇ ਜੀ ਕਰੇ ਪ੍ਰਗਟ ਹੋ ਜਾਵਾਂ। ਦੁਨੀਆ ਬੜੀ ਭਾਵਨਾ ਰੱਖੇ, ਬਾਬਾ ਜੀ ਅੱਜ ਇੱਥੇ ਸੀ, ਕੱਲ ਤੇ ਉੱਥੇ ਪਹੁੰਚ ਗਏ, ਸਵੇਰੇ ਇੱਥੇ ਸੀ, ਘੜੀ ਨੂੰ ਉੱਥੇ ਦੇਸੇ ਨੇ। ਬਾਬਾ ਜੀ ਦੀ ਲੱਤ ਉੱਥੇ ਸੀ, ਪੈਰ ਉੱਥੇ ਸੀ, ਹੁਣ ਬਾਬਾ ਜੀ ਠੀਕ ਠਾਕ ਨੇ। ਲੋਕ ਰੱਖੇ ਭਾਓ, ਇਹ ਮਾਇਆ ਦਾ ਇੱਕ ਰੂਪ ਹੈ। ਇਹ ਰੱਬ ਦੇ ਪਿਆਰਿਆਂ ਦਾ ਰੂਪ ਨਹੀਂ ਹੈ ਕਿ ਮੈਂ ਕਰਾਮਾਤਾ ਕਰਕੇ ਲੁਕ ਜਾਂ। ਦੁਨੀਆ ਕੇ ਜੀ ਬੜਾ ਕਰਾਮਾਤੀ ਹੈ, ਝੱਟ ਪ੍ਰਗਟ ਹੋ ਜਾਵਾਂ, ਕਿਸੇ ਤੇ ਹੱਥ ਲਾਵਾਂ ਉਹਦੇ ਰੋਹ ਕੱਟੇ ਜਾਣ। ਦੁਨੀਆ ਮੇਰੇ ਤੇ ਬੜੀ ਭਾਵਨਾ ਰੱਖੇ, ਇਹ ਮਾਇਆ ਦਾ ਰੂਪ ਹੈ। ਕਿੱਥੇ ਜਾ ਕੇ ਮਾਇਆ ਰੋਕ ਲੈਂਦੀ ਰਸਤਾ ਮਨੁੱਖ ਦਾ। ਰੱਬ ਦੀ ਬੰਦਗੀ ਕਰਦਿਆਂ ਕਰਦਿਆਂ ਰਸਨਾ ਚ ਤਾਕਤ ਆ ਗਈ। ਕਹਿਤਾ ਚਿੜੀਓ ਮਰ ਜਾਓ, ਚਿੜੀਆਂ ਮਰ ਗਈਆਂ। ਕਹਿਣ ਲੱਗਾ ਮੈਂ ਤੇ ਬੰਦਗੀ ਕਰਨ ਵਾਲਾ ਹੀ ਨਹੀਂ, ਮੇਰੀ ਕਰਾਮਾਤ ਆ ਗਈ। ਚਿੜੀਓ ਜਿਉ ਪਓ, ਚਿੜੀਆਂ ਜਿਉ ਪਈਆਂ, ਹੰਕਾਰ ਆ ਗਿਆ। ਮਾਇਆ ਬੰਦਗੀ ਕਰਦਿਆਂ ਅੰਦਰੋਂ ਜਾ ਕੇ ਰਿੱਧੀਆਂ ਸਿੱਧੀਆਂ ਦੇ ਰੂਪ ਵਿੱਚ ਆ ਕੇ ਮਨੁੱਖ ਨੂੰ ਘੇਰ ਲੈਂਦੀ ਹੈ। ਆਡੀ ਪਰਬਲ ਮਾਇਆ। ਮਾਇਆ ਬੜੀ ਪਰਬਲ ਹੈ। ਇਹ ਮਨ ਨੇ ਤੇ ਮਾਇਆ ਦਾ ਵੀ ਆਸਰਾ ਲਿਆ ਹੋਇਆ ਕਿ ਜੇ ਸਾਰੇ ਰਸਤੇ ਪਾਰ ਕਰਕੇ ਕੋਈ ਅੱਗੇ ਆ ਗਿਆ, ਸਾਰੀਆਂ ਫਸੀਲਾਂ ਟੱਪ ਕੇ ਅੱਗੇ ਆ ਗਿਆ, ਮੇਰੇ ਇਹਨਾਂ ਲੜਾਕੂ ਯੋਧਿਆਂ ਨੂੰ ਮਾਰ ਕੇ ਕੋਈ ਅੱਗੇ ਆ ਗਿਆ, ਜਿੱਤ ਕੇ ਅੱਗੇ ਆ ਗਿਆ, ਤੇ ਅੱਗੇ ਮਾਇਆ ਖੜੀ ਹੈ। ਮਾਇਆ ਅੱਗੇ ਕਰ ਦੇਵਾਂਗੇ, ਮਾਇਆ ਦੀ ਚਮਕ ਦਵਾਂਗੇ, ਕੁਝ ਬੰਦਾ ਭੁੱਲ ਜਾਏਗਾ, ਇਧਰ ਆਏਗਾ ਹੀ नहीं। और साहब जी ने फिर बचन के जान गरीब को जोर न पहुंचे, कहां करो रघुराया। माया 5-25 मोह मद मत्सर। मोह मत्सर ईर्खा और मद में ना नशा,
धन दा, दौलत दा, जोबन दा, भगती दा नशा ये रस्ते च बैठा है। अगे माया दी आड़ लई हुई इस मन ने, आड़ी दा अर्थ है आड़ लई हुई है, आसरा लिया होया है। जन गरीब को जोर न पहुंचे, कहां करूं रघुराया। हे वाहिगुरु जी, हे प्रभु जी, मैं की करा, बेचारा गरीब हाँ, मेरा ते इत्थे कोई जोर नहीं चलदा। इहदा परबल है ये मन इन्ना आकी बन गया, इन्हें अपनी बचा ली, इन्नियां फौजां रख लियां, एडा वड्डा किला जिहड़ा इसने मन लिया, ए वाहिगुरु मेरा कोई जोर नहीं है, मैं अपने जोर नाल इहनूं काबू नहीं कर सकदा। अपनी जोर नाल मन नूं अज तक कोई काबू नहीं कर सकिया। जिहड़ा कहे जी अखां मीट के बैठांगे मन काबू आ जाएगा, जिहड़ा कहे जी भुखे रहांगे मन काबू आ जाएगा, जोर लावांगे मन काबू आ जाएगा। सतगुरु जी कहंदे बिल्कुल नहीं, साडा इत्थे कोई वस नहीं चलदा। बाबा कबीर साहब जी कहते जान गरीब को जोर ना पहुंचे, इत्थे गरीब दा, इस सेवक दा कोई जोर नहीं चलदा। मैं की करा, इनू किवें काबू करा। साहब जी ने बचन के स्वाद सनाहा टोप ममता कोक बुद्ध कमान चढ़ाई। ठीक है, बाहरलियां फसीलां नूं टप के कोई नेड़े चलिया जाएगा, बाहरलियां खाइयां नूं पार करके, बाहरले पहरेदारां नूं पार करके कोई अगे चलिया जाएगा। पर अगे मन जिहड़ा वो आप बड़ा बहादुर है, उन्हें अपने बचा दे होर बड़े साधन रखे ने। उस मन ने काम किवारी दुख सुख दरवाजा, सुख दुख दरवानी पाप पुन दरवाजा। और वो फसील दे नेड़े पहुंच गए जदों, फिर काम किवारी, किवारी दा अर्थ हुंदा है जिन्हों ड्योड़ीदार कहने, आपां कहने ड्योड़ीदार, जिहड़ा कवाड़ दे सामने खड़ा होंदा है, दरवाजे दे सामने खड़ा होंदा है। कहंदे उत्थे काम खड़ा है, वो नहीं अगे जाण दिंदा, वो रोक लैंदा रस्ते नूं। दुख सुख दरवानी, काम तां है उहदे नाल, दुख ते सुख दो होर पहरेदार खड़े ने जिहड़े इत्थे पहरा दे रहे ने। पाप पुन दरवाजा ते दो तख्ते जड़े हुए ने, जिहड़े वो पाप दे ते पुन ने। बंदा धार्मिक बनता ना, पाप पुन च उलझ जाता है, आ काम करना पाप है, आ करना पुन है, पुन का उन्होंने हंकार हो जाता है, पाप तो डरना शुरू कर देता है, पुन का हंकार होता है। सतगुरु जी कहते जिन्ने मर्जी पुन करो, चंगे काम करना तो चंगी गल है, पर जे तुसी कहो जी एवें पुन कीतियां अखौती जड़े ने उहदे नाल रब मिल जाएगा, वो तो तुहाडा भरम ही है। लख नेकियां चंगियाइयां, लख पुन्ना परवान, लख तप उपर तीर्थां सहयोग विवान, लख सूरतन संग्राम रण में छुटे प्राण। लखां ही तुसी नेकियां करो, चंगियाइयां करो, पुन करो, सूरम गति दे कम करो, लोकां दी खातर मैदाने जंग तुसी कट कट के भावें मर भी जाओ, पर जे तुहाडे अंदर परमात्मा दा प्यार नहीं है ते ये नेकियां भी रस्ते दियां रुकावट बन जाणगियां। नेकियां बहुत सारे लोग ने जिहड़े बहुत चंगे काम करदे ने, धरती ते चंगियां दी घाट कोई नहीं है, पर वो चंगे चंगे काम करदियां भी इन्हां नेकियां दे रस्ते च ही रुक जांदे ने, इदों अगे वध नहीं सकदे, आत्म सुख मान नहीं सकदे, नेकियां करदियां भी आनंद च विलीन नहीं हो सकदे। साहब जी कहंदे ने काम किवारी, काम जिहड़ा है वो दरवाजे दे बाहर खड़ा है। दुख सुख दरवानी, दुख सुख दो होर दरवाजे दे नाल पहरेदार खड़े ने। पाप पुन दरवाजा, पाप ते पुन दा एक बड़ा मजबूत दरवाजा है। इस पाप पुन दे भरम तो अगे निकलना पड़ेगा। क्रोध प्रधान महाबड़, धुंधर ते मन मवासी राजा। साहब जी कहंदे अगे क्रोध प्रधान बनिया फिरदा है। अगली जिहड़ी फौज है ना, मन तो पहुंचण तो पहला जो रस्ते विच किले दे तुसी दरवाजे नूं ही भावें पार कर लिया, दरवाजे नूं तोड़न दा यतन करोगे, उत्थे क्रोध भी इन्हां दा आगू है, अगवाई कर रहा, प्रधान है। महाबड़ धुंधर, ये बड़ी धूम मचाउण वाला है क्रोध। क्रोध बड़ा तगड़ा मजबूत है, बड़ा झगड़ालू है, ये बड़ा क्रोध मचाउण वाला है। क्रोध प्रधान महाबड़ धुंधर, धुंध मचाउण वाला, क्रोध मचाउण वाला, तबाही मचा दिंदा है क्रोध। तह मन मावासी राजा, इन्नी सुरक्षा तो अगे मन जिहड़ा आकी बन के बैठा होया है। मन तो पहला क्रोध है, उदों पहला काम है, उदों पहला प्रकृतियां ने, दुख सुख दे पाप पुन दे दरवाजे ने। इनू जितना ते बड़ा औखा है, इधर तक पहुंचना ते बड़ा औखा है। हुण तुसी क्रोध नूं भी जित लिया,
ਹੁਣ ਤੁਸੀਂ ਇਹ ਜਿੰਨੇ ਰਸਤੇ 'ਚ ਪਹਿਰੇਦਾਰ ਨੇ ਇਹਨਾਂ ਨੂੰ ਜਿੱਤ ਲਿਆ, ਪਰ ਮਨ ਜਿਹੜਾ ਉਹ ਆਪ ਕਮਜ਼ੋਰ ਥੋੜ੍ਹਾ ਹੈ। ਏਡੀ ਵੱਡੀ ਫੌਜ ਨੇ ਕਾਇਮ ਕੀਤੀ ਹੈ, ਏਡੇ ਵੱਡੇ ਕਿਲੇ ਜਿਹੜਾ ਬਾਗੀ ਬਣ ਕੇ ਬੈਠਾ, ਉਹਦੇ 'ਚ ਆਪਣੀ ਬੜੀ ਤਾਕਤ ਹੈ। ਉਹ ਕੋਈ ਡਰਪੋਕ ਨਹੀਂ ਹੈ, ਜਾਂ ਉਹ ਕੋਈ ਇਵੇਂ ਕਹਿ ਲਓ ਕਮਜ਼ੋਰ ਨਹੀਂ। ਹੁਣ ਉਹਨੇ ਆਪਣੇ ਬਚਾ ਦੇ ਲਈ ਸਵਾਦ ਸਨਾਹਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਸਵਾਦ ਸਨਾਹਾ, ਸਨਾਹਾ ਦਾ ਅਰਥ ਹੁੰਦਾ ਹੈ ਜਿਹਦਾ ਅੱਜ ਕੱਲ ਬੁਲਟ ਪ੍ਰੂਫ ਜੈਕਟ ਪਾਉਂਦੇ ਨੇ। ਰਾਜਾ ਜਿਹੜਾ ਹੈ ਉਹਦੇ ਫੌਜੀ ਨੇ, ਉਹਦੇ ਹੋਰ ਸਾਧਨ ਨੇ, ਪਰ ਉਹਨੇ ਆਪਣੇ ਸਰੀਰ ਨੂੰ ਬਚਾਉਣ ਲਈ ਆਪਣੇ ਕੋਲ ਵੀ ਤੇ ਹਥਿਆਰ ਰੱਖੇ ਹੁੰਦੇ ਨੇ, ਆਪਣੇ ਬਚਾ ਲਈ ਆਪਣੇ ਕੋਲ ਵੀ ਤੇ ਸਾਧਨ ਰੱਖੇ ਹੁੰਦੇ ਨੇ। ਇਹ ਮਨ ਨੇ ਸਵਾਦ ਸਨਾ, ਇਹਨੇ ਜ਼ਰਾ ਬਖਤਰ ਪਹਿਨੇ ਹੋਏ ਨੇ, ਲੋਹੇ ਦੇ ਕੱਪੜੇ ਪਹਿਨੇ ਹੋਏ ਨੇ। ਕਾਹਦੇ ਪਹਿਨੇ ਹੋਏ ਨੇ? ਸਵਾਦ, ਸਵਾਦ ਦੇ, ਚਸਕਿਆਂ ਦੇ। ਕਈ ਚਸਕੇ ਨੇ ਫਿਰ ਅੱਗੇ। ਉਹ ਚਸਕਾ ਹੈ ਉਸਤਤ ਸੁਣਨ ਦਾ, ਉਹ ਚਸਕਾ ਹੈ ਮੇਰੀ ਵਡਿਆਈ ਕੋਈ ਕਰੇ, ਮੇਰੇ ਕੋ ਉਸਤਤ ਕਰੇ। ਜਿਹਨੇ ਉਸਤਤ ਕਰ ਦਿੱਤੀ ਉਹਨੂੰ ਥਾਪੜਾ ਬੜਾ ਘੁੱਟ ਕੇ ਦਿੰਦੇ ਨੇ ਕੀ ਬਾਬੇ। ਜਿਹਨੇ ਨਹੀਂ ਕੀਤੀ ਉਹਦੇ ਵੱਲ ਦੇਖਦੇ ਨੇ। ਜਿਹਨੇ ਉਸਤਤ ਕਰਨ ਨੂੰ ਭਰ ਕੇ ਮੁੱਠ ਨੂੰ ਦਿੰਦੇ ਨੇ ਬਦਾਮਾਂ ਦੀ, ਜਿਹਨੇ ਨਹੀਂ ਤੇ ਉਹਦੇ ਵੱਲ ਤੱਕਦੇ ਨਹੀਂ, ਗਰੀਬ ਵੱਲ ਤੱਕਦੇ ਵੀ ਨਹੀਂ। ਸਵਾਦ ਸਨਾ ਟੋਪ ਮਮਤਾ ਕੋ। ਕਹਿਣ ਲੱਗੇ ਕਿ ਅੱਗੇ ਚਸਕਿਆਂ ਦਾ ਸਨਾਦ ਅਰਥ ਹੈ ਕਿ ਜ਼ਰਾ ਬਖਤਰ ਪਹਿਨੇ ਹੋਏ ਨੇ, ਬੁਲਟ ਪ੍ਰੂਫ ਜੈਕਟ ਵਾਂਗੂ ਲੋਹੇ ਦੇ ਕੱਪੜੇ ਜਿੱਦਾਂ ਪਹਿਨੇ ਹੁੰਦੇ ਨੇ। ਇਹਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਚਸਕਿਆਂ ਦਾ ਆਸਰਾ ਲਿਆ ਹੋਇਆ ਹੈ। ਟੋਪ ਮਮਤਾ ਕੋ, ਆਪਣੇ ਸਿਰ ਨੂੰ ਬਚਾਉਣ ਦੇ ਲਈ ਮਮਤਾ ਦਾ ਟੋਪ ਪਹਿਨਿਆ ਹੋਇਆ, ਮਮਤਾ ਵੀ ਧਾਰਨ ਕੀਤੀ ਹੈ। ਕੁਬੁੱਧ ਕਮਾਨ ਚੜਾਈ। ਤੁਸੀਂ ਨੇੜੇ ਪਹੁੰਚ ਜਾਓ, ਤੁਸੀਂ ਦੇਖਦੇ ਹੋ ਅੱਜ ਦੇ ਹਾਲਾਤ, ਸਭ ਕੁਝ ਤੁਸੀਂ ਕਰ ਲਓ, ਲੇਕਿਨ ਇੰਨੀ ਖੋਟੀ ਮੱਤ ਹੁੰਦੀ ਕਈ ਬੰਦਿਆਂ ਦੀ, ਇੰਨੀ ਉਹਨਾਂ ਦੀ ਨੀਚ ਤੇ ਦੁਰਮਤ ਨਾਲ ਭਰੀ ਮੱਤ ਹੁੰਦੀ ਹੈ, ਉਹ ਆਪਣੀ ਗਲਤੀ ਨੂੰ ਮੰਨਣ ਲਈ ਤਿਆਰ ਨਹੀਂ ਹੋਣਗੇ, ਉਹ ਸਿਲੰਡਰ ਨਹੀਂ ਕਰਨਗੇ, ਇੰਨੇ ਢੀਠ ਹੁੰਦੇ ਨੇ, ਇੰਨੀ ਉਹਨਾਂ ਦੀ ਖੋਟੀ ਮੱਤ ਹੁੰਦੀ, ਨੀਚ ਤੋਂ ਨੀਚ ਕਰਮ ਕਰਨ ਲਈ ਤਿਆਰ ਹੋ ਜਾਂਦੇ ਨੇ। ਅੱਜ ਦੇ ਹਾਲਾਤ ਨੇ ਪੋਲੀਟੀਸ਼ੀਅਨਾਂ ਦੇ, ਔਰ ਇਹ ਸਾਰੀ ਹਾਲਾਤ ਜੋ ਦੱਸੇ ਨੇ ਮਨ ਦੇ, ਇਹ ਟੁਕਦੇ ਨੇ ਮਨੁੱਖ ਦੀਆਂ ਆਦਤਾਂ। ਕੁਬੁੱਧ ਕਮਾਨ ਚੜਾਈ। ਹੁਣ ਤੁਸੀਂ ਨੇੜੇ ਚਲੇ ਗਏ, ਇਹਨੇ ਆਪਣੇ ਬਚਾ ਲਈ ਤੇ ਸਾਧਨ ਵਰਤੇ ਨੇ। ਇਹਦੇ ਕੋਲ ਇੱਕ ਖੋਟੀ ਮੱਤ ਦੀ ਕਮਾਨ ਹੈ, ਖੋਟੀ ਮੱਤ। ਇਹ ਤੁਹਾਨੂੰ ਡੇਗਣ ਲਈ ਬੜੇ ਬੜੇ ਖੋਟੇ ਕਰਮ ਕਰੇਗਾ, ਬੜੇ ਬੜੇ ਨੀਚ ਕਰਮ ਕਰੇਗਾ, ਤੁਹਾਨੂੰ ਆਪਣੇ ਤੱਕ ਪਹੁੰਚਣ ਨਹੀਂ ਦੇਵੇਗਾ। ਤ੍ਰਿਸ਼ਨਾ ਤੀਰ ਭਰੇ ਘਟ ਪੀਤਰ, ਇਉਂ ਗੱਡਦੀਓ ਨਾ ਜਾਏ। ਇਹਦੇ ਕੋਲ ਤ੍ਰਿਸ਼ਨਾ ਦੇ ਤੀਰ ਭਰੇ ਪਏ ਨੇ, ਇਹਦੇ ਕੋਲ ਖੋਟੀ ਕੁਬੁੱਧ ਦੀ ਕਮਾਨ ਹੈ, ਜਿਹਦੇ ਰਾਹੀਂ ਇਹ ਤ੍ਰਿਸ਼ਨਾ ਦੇ ਤੀਰ ਚਲਾਈ ਚਲਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਕਿਲੇ ਨੂੰ ਜਿੱਤਣਾ ਬੜਾ ਔਖਾ ਹੈ। ਮਨ ਇਸ ਕਿਲੇ ਵਿੱਚ ਮਵਾਸੀ ਰਾਜਾ ਬਣ ਕੇ ਬੈਠ ਗਿਆ ਹੈ, ਔਰ ਇਹਦੇ ਤੱਕ ਕਿਵੇਂ ਪਹੁੰਚਿਆ ਜਾਏ? ਇਹਦੀ ਰਖਵਾਲੀ ਲਈ ਬੜੇ ਸਾਧਨ ਨੇ, ਵਿਕਾਰ ਨੇ, ਪੰਜ ਤੱਤ ਨੇ, 25 ਪ੍ਰਕਿਰਤੀਆਂ ਨੇ, ਕਈ ਚਸਕੇ ਨੇ, ਕਈ ਹੋਰ ਤਰ੍ਹਾਂ ਦੇ ਔਗਣ ਨੇ, ਦਵੈਤ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ ਹੈ, ਇਉਂ ਗੱਡ ਲਿਓ ਨਾ ਜਾਏ। ਇਸੇ ਕਰਕੇ ਇਹ ਸਰੀਰ ਦੇ ਕਿਲੇ ਨੂੰ ਜਿੱਤਿਆ ਨਹੀਂ ਜਾ ਸਕਦਾ, ਮਨ ਨੂੰ ਜਿੱਤਿਆ ਨਹੀਂ ਜਾ ਸਕਦਾ। ਬਾਬਾ ਕਬੀਰ ਸਾਹਿਬ ਜੀ ਨੇ ਇਹ ਤੇ ਡਰਾਇੰਗ ਦੱਸੀ ਹੈ ਮਨ ਦੀ, ਜਿੱਥੇ ਬੜਾ ਉਹ ਆਪਣੇ ਆਪ ਨੂੰ ਸੁਰੱਖਿਅਤ ਬਣਾ ਕੇ ਬਾਗੀ ਹੋ ਕੇ ਬੈਠ ਗਿਆ। ਹੁਣ ਇਹਨੂੰ ਜਿੱਤਣ ਦਾ ਤਰੀਕਾ ਦੱਸਦੇ ਨੇ। ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚੜਾਇਆ। ਇਸ ਮਨ ਨੂੰ ਜਿੱਤਣ ਦਾ ਸਭ ਤੋਂ ਵਧੀਆ ਸਾਧਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਦਿੱਤਾ ਹੈ, ਉਹ ਹੈ ਪਿਆਰ। ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਰੋਜ਼ ਪੜਦੇ, ਕਹਾਂ ਪਿਓ ਜੋ ਲੋਚਨ ਮੂੰਦ ਕੇ ਬੈਠ ਰਿਓ, ਬਕ ਧਿਆਨ ਲਗਾਇਓ, ਨਹਾਤ ਪ੍ਰਿयोली सात समुद्रन लोग गयो, पर लोग गवायो बास कियो, बखियान सु बैठ के ऐसे ही ऐसे सु बैस बितायो, साच कहूं सुन ले सब है जिन प्रेम कियो, तिन्हीं प्रभ पायो। पहला सब तो मजबूत साधन मन नूं जितण दा प्यार, प्रेम पलीता। ਜਦੋਂ ਕਿਲੇ ਦੀਆਂ ਦੀਵਾਰਾਂ ਨੂੰ ਤੋੜ ਕੇ ਅੱਗੇ ਵਧਣਾ ਹੁੰਦਾ ਹੈ ਤੇ ਕਿਲੇ ਦੀਆਂ ਦੀਵਾਰਾਂ ਵਿੱਚ ਬਰੂਦ ਦੇ ਪਲੀਤੇ ਲਾਏ ਜਾਂਦੇ, ਕੁੱਪੇ ਲਗਾਏ ਜਾਂਦੇ ਨੇ, ਬਰੂਦ ਭਰ ਕੇ ਨਾ ਛੋਟੀਆਂ ਛੋਟੀਆਂ ਮੋਰੀਆਂ, ਫਿਰ ਉਸ ਬਰੂਦ ਨੂੰ ਅੱਗ ਲਗਾਈ ਜਾਂਦੀ ਹੈ, ਪਲੀਤੇ ਤੁਖਾਏ ਜਾਂਦੇ ਨੇ, ਉਹ ਬਰੂਦ ਫੜਦਾ ਤੇ ਕਿਲੇ ਦੀਆਂ ਦੀਵਾਰਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪ੍ਰੇਮ ਪਲੀਤਾ,
जे इस मन दे इस मजबूत किले नूं जितना है तो सब तो पहला रस्ता है प्यार। परमात्मा नाल प्यार करो, मनुखता नाल प्यार करो, प्रेम पलीता सुरत हवाई। फिर अपनी सुरत नूं प्यार नाल गुरु के शब्द विच जोड़ो, सुरत नूं परमात्मा दे प्यार विच जोड़ो। ये सुरत वो है, एक गोला हुंदा है जिहड़ा किले दीआं दीवारां दे विच दिता जांदा है, बरूद दिता जांदा है। एक गोले होंदे जिहड़े उत्तों सुट्टे जांदे ने, हवा दे राही सुट्टे जांदे ने। सुरत हवाई, अपनी सुरत नूं शब्द नाल जोड़ो। कोई भुखे रहण दी लोड़ नहीं है, कोई नंगे पैरी भज्जण दी लोड़ नहीं है, कोई जंगलां च समाधियां लाउण दी लोड़ नहीं है, कोई कठिन तप करन दी लोड़ नहीं है। प्यार नाल अपनी सुरत गुरबाणी विच जोड़ो। और इत्थे बस नहीं गोला ज्ञान चढ़ाया। हुण ये जिहड़ा तुसीं गोला सुट्टना है ना, वो काहदा होना चाहिए? क्योंकि तुसीं गोला जिहड़ा सुट्टोगे उत्तरों हवा चों सुरत दे राहीं, वो काहदा सुट्टोगे? वो गोला चाहिए ज्ञान दा। ज्ञान तो बिना काबू नहीं होना ये मन, गोलियां तो बिना ये मन काबू नहीं होना। कुंभे बद्धा जल रहे, जल बिन कुंभ न होए। ज्ञान का बद्धा मन रहे, गुर बिन ज्ञान न होए। मन नूं काबू कर ली ज्ञान दी लोड़ है। वो ज्ञान गुरु की बाणी चो मिलेगा, वो ज्ञान गुरु दे दर तो मिलेगा। वो ज्ञान मूर्तां चो नहीं मिलेगा, तस्वीरां चो नहीं मिलेगा, कबरां चो नहीं मिलेगा। वो ज्ञान किते जंगलां चो नहीं मिलेगा, वो ज्ञान नातियां नहीं मिलेगा, वो ज्ञान कित्यों नहीं मिलेगा। ज्ञान मिलेगा गुरु के शब्द विचों। बाबा कबीर साहब जी कहंदे प्यार दा पलीता लगाओ, प्यार पैदा करो। अपनी सुरत नूं हवाई बना लो, सुरत नूं गुरु के शब्द नाल जोड़ो। सुरत नूं जदों तुसीं शब्द नाल जोड़ोगे तो ज्ञान प्राप्त करो। केवल गिणतियां ना करो कि मैं 25 पाठ कर ले, 31 पढ़ ले, 101 कर ले। जी सदके कीते वड भागी हो, चंगी गल है, लेकिन करके उचों प्राप्त करो ज्ञान। ये ज्ञान दे गोले तैयार करो। तुहाडे कोल ज्ञान होना चाहिए गुरबाणी दा। मन भावें बड़ा प्रबल है पर नामुमकिन नहीं है। गुरु ग्रंथ साहिब जी ने एक इहो जी पॉजिटिव सोच दी मनुख नूं कि बंदिया तू जो चाहे कर सकदा है, जो चाहे कर सकदा है। गुरु तेग बहादुर साहब जी के बचन ने कि जिंदगी दे अंदर बल छुटकियो, बल होवा बंधन छुटे, सब कुछ होत उपाय, सब कुछ होत उपाय। हर उपाय हो सकता है जिंदगी। बंदे नूं कदी नैगेटिव नहीं होना चाहिए, निराश नहीं होना चाहिए। गुरु ग्रंथ साहिब जी ने किते निराश नहीं होना दिता किसी मनुख नूं। ये गुरु ग्रंथ साहिब जी वडियाई है। तुसीं आर्थिक तौर ते, तुसीं समाजिक तौर ते, तुसीं मानसिक तौर ते, तुसीं सरीरक तौर ते, तुसीं किसी भी पक्ष तो परिवारक तौर ते किसी थां ते दिक्कत विच ते निराश होने की लोड़ नहीं है। सब कुछ होत उपाय, हर चीज का साधन है। तुसी मन च इरादा बना लो कि कामयाब होने ते तुसी जिंदगी च रब बन सकते। बाकी गल्लां ते मामूली ने, तुसी रब बन सकते। तुहाडे च इन्नी पॉसिबिलिटी है, इन्नी समर्था है, इन्नी ताकत है। बाबा कबीर साहब जी कहंदे ने कि इस मन नूं जितण दे लई प्यार पैदा करो। अपनी सुरत नूं फिर तुसी जोड़ो गुरु के शब्द नाल। गुरु के शब्द चों ज्ञान प्राप्त करो। गिणतियां ना करो कि मैं इन्हें पाठ कर ले, उहदे चों ज्ञान प्राप्त करो। ज्ञान दे गोले एकत्र कर लो। फिर की होएगा? ब्रह्म अगन सहजे पर जाली। गुरु की पवित्र बाणी चों तुसी ज्ञान जिहड़ा प्राप्त करोगे, गुरु की पवित्र बाणी का ज्ञान तुहाडे अंदर ब्रह्म ज्ञान पैदा करेगा। ब्रह्म ज्ञान, परमात्मा का ज्ञान, गुरु का ज्ञान तुहाडे अंदर ब्रह्म ज्ञान पैदा करेगा, ब्रह्म अग्नि पैदा करेगा। तुहाडे अंदर फिर अनुभव पैदा होना। ज्यों ज्यों गुरु की पवित्र बाणी नूं समझोगे, तुहाडे अंदरों ज्ञान की एक हनेरी पैदा होगी, जिसका जिक्र बाबा कबीर साहब जी ने किया है। देखो भाई, ज्ञान की आई अंधी सबे उडानी, भरम की टाटी रहे न माया बांधी। विचित्ते की दून विग्रानी, मोह बलेडा टूटा, तिष्णा छान पाई, धर ऊपर दुर्मत भांडा फूटा। गुरु के ज्ञान नहीं तुहाडे अंदर फिर तुहाडा निज दा ज्ञान, आत्मक ज्ञान पैदा होएगा। तुहाडे अंदरों ज्ञान पैदा होना, गुरु के ज्ञान नहीं तुहाडे अंदरों ज्ञान पैदा होने। ब्रह्म अगन सहजे पर जाली।
गुरु के ज्ञान राही जदों तुसी सहज में चले जाओगे, गुरु के ज्ञान राही जदों तुसी आत्मक अडोलता टिक जाओगे, गुरु के ज्ञान राही जदों तुसी बाहरलियां बुराइयां तो हट के अपने मन नूं निज घर च टिका लोगे, फिर तुहाडे अंदर ब्रह्म अग्न पैदा होएगी, ब्रह्म ज्ञान पैदा होएगा। फिर की होएगा? एक है चोट सदाया। जिहड़ा मन बड़ा बागी सी ना, ਉਹ ਜਦੋਂ ਅਸੀਂ ਗਿਆਨ ਦਾ ਗੋਲਾ ਗੁਰੂ ਪਾਸੋਂ ਲਿਆ, ਸੁਰਤ ਨੂੰ ਹਵਾਈ ਬਣਾਇਆ, ਪ੍ਰੇਮ ਦਾ ਪਲੀਤਾ ਲਗਾ ਦਿੱਤਾ, ਅੰਦਰ ਬ੍ਰਹਮ ਦੀ ਅਗਨ ਪੈਦਾ ਕਰ ਦਿੱਤੀ, ਇੱਕੋ ਹੀ ਵਾਰ ਦੇ ਨਾਲ ਮਨ ਢਹਿ ਢੇਰੀ ਹੋ ਗਿਆ। ਜਿਹੜਾ ਮਨ ਜਿੱਤਿਆ ਹੀ ਨਹੀਂ ਸੀ ਜਾ ਸਕਦਾ, ਉਹ ਮਨ ਚਕਨਾਚੂਰ ਹੋ ਗਿਆ। ਦੇਖਣ ਨੂੰ ਲੱਗਦਾ ਹੈ ਕਿ ਕੋਈ ਬੜਾ ਤਗੜਾ ਹੈ, ਕੋਈ ਤਗੜਾ ਨਹੀਂ ਹੈ ਤੁਹਾਡੇ ਤੋਂ। ਇੱਕ ਗੱਲ ਚੇਤੇ ਰੱਖਣਾ, ਕੋਈ ਰਾਜਾ ਨਹੀਂ ਤਗੜਾ, ਕੋਈ ਬਾਦਸ਼ਾਹ ਨਹੀਂ ਤਗੜਾ, ਕੋਈ ਤਗੜਾ ਨਹੀਂ ਹੈ ਤੁਹਾਡੇ ਤੋਂ। सिर्फ तुहानू अपने अंदर ज्ञान प्राप्त करने की लोड़ है। ज्ञानमान लोगों ते वड्डियां वड्डियां हुकूमतां नू ढह ढेरी कर दिता। बाबा कबीर साहब जी कहंदे एक है चोट सिधाया, इक्को ही चोट मारी, इक्को ही अजे गोला छड्डिया ते आपां नेड़े पहुंच गए, उहनू जितण दे नेड़े पहुंच के जित लिया। हुण इह जिहड़ी जित प्राप्त कीती है, इहदे च मददगार कौन बनिया? कहने के सत संतोख ले लरने लागा तोरे दोए दरवाजा। तुसी जदों सच दे मार्ग ते तुर पाओगे ना, तुहाडा साथ देण लई बहुत लोग नितर होणगे। लोड़ तुरन दी है। समुचे समाज दे अंदर जे 100 लोग ने, 100 दे विचों 90 ਉਹ ਹੁੰਦੇ ਨੇ ਜਿਨ੍ਹਾਂ ਨੇ ਹਵਾ ਦੇ ਰੁਖ ਨਾਲ ਚੱਲਣਾ ਹੁੰਦਾ ਹੈ, ਹਵਾ ਦੇ ਰੁਖ ਦੇ ਨਾਲ। ਉੱਪਰਲੇ ਜਿਹੜੇ 10 ਨੇ, 10 ਚੋਂ ਜੇ 6 ਚੰਗੇ ਬਣ ਗਏ ਤੇ 90 ਵੀ ਚੰਗੇ ਬਣ ਜਾਣਗੇ। जे वो 6 माड़े हो गए, 90 भी माड़े हो जाएंगे। 90 ने मगर चलना है। अगवाई कुछ लोगों ने करनी होंगी है, सारे लीडर नहीं होंगे, अगवाई कुछ लोगों ने करनी होंगी है। जदों गुरु के शब्द की अगवाई लई, फिर एक फौज बन गई, फिर एक साथ बन गया, काफिला बन गया। काफिला की बनया? सत संतोख ले लरने लागा तोरे दोए दरवाजा। पहला तो हवा तो उपर फायर किए ना, हुण की होया? सत ते संतोख नूं नाल लै लिया। गुरु की बाणी दे रही हिरदे अंदर सच वस गया, हिरदे अंदर संतोख आ गया। सत संतोख नूं लाण लैके जदों लड़ना शुरू किया, पहलां ते दरवाजे तोड़ते। आ जिहड़े 2 दरवाजे सन उन्हां नूं तोड़ दिता, खत्म कर दिते वो दरवाजे। दुख सुख दरवानी पाप पुन दरवाजे सन जिहड़े वो तोड़ दिते। कदों? जदों सत ते संतोख आ गया। पाप ते पुन च पैंदा कदों बंदा? जो लालच होए बंदा पापी उदों बनदा है। पाप दा अर्थ किसी दा गल वड्डना ही नहीं है। पाप दा अर्थ झूठ बोलना, पाप दा अर्थ बेईमानी करनी, पाप दा अर्थ किसी दा दिल दिखाउणा, पाप दा अर्थ है हेरा फेरी करनी। ये ते पाप असीं बहुत करदे हां। साडे कोलों बाहरों कोई गलती हो जाए ना, कोई धार्मिक बंदा कोई गलती कर ली, आपां कहंदे नूं सजा लो, इहने बड़ा तगड़ा अपराध कीता है, इन्हें पाप किया है। गवर्नमेंट ने सजा देने लई अदालतां बनाईयां ने, गवर्नमेंट ने सजा देने लई जेलां बनाईयां ने। बारे अपराधी ते नजर आ जांदे ने, पापी नजर नहीं आउंदे, पापी नजर नहीं आउंदे। अपराधियां लई अदालतां ने, पापी नजर नहीं आउंदे क्योंकि पाप सानू नजर नहीं आउंदा। पाप मन नाल कीता जांदा है, अपराध शरीर नाल कीता जांदा है। पाप है किसी दे प्रति बुरा सोचना, पाप है झूठ बोलना, पाप है बेईमानी करनी। यही तो मैल लगी साडे अंदर। और जदों साडे अंदर सच ते संतोख आ गया, उदों पाप पुन दे दरवाजे तोड़ दिते। हुण पाप दा इत्थे काम ही की? संतोख आ गया। हुण ते जे भुख दे तां तुझे अराधी दुख भी तुझे ते आई। महाराज जी भुख दे दियो, सुख दे दियो, दुख दे दियो। हुण सत संतोख ले लरने लागा तोरे दोए दरवाजा। भगत साहब जी कहते सच ते संतोख की फौज लैके मैं ये दरवाजे तोड़ दिते जेडे बड़े मजबूत सन पाप दे पुन दे। हुण साध संगत और गुर की कृपा ते पकड़ियो गढ़ को राजा। ये जेड़ा मन काबू नहीं सना हुंदा, हुण साध संगत अते गुरु की कृपा सदका। देखो प्यार पलीता सुरत हवाई गोला ज्ञान चढ़ाया, ये जिहड़ी सारी समग्री वो मिलनी कित्थों है? वो मिलनी है सत संगत विचों। बाबा रविदास साहब जी का एक पावन बचन है, साध संगत बिन भाव नहीं उपजे, भाव बिन भगत न होए तेरे। मैं अक्सर बेनती करता हाँ कि जो हालात बने ना सारी दुनिया दे,
बच्चों ने घर च बह के ऑनलाइन पढ़ना शुरू करता। ऑनलाइन हुण सानू सारिਆਂ ਨੂੰ पता कि ऑनलाइन बच्चे पढ़ नहीं सकते जो स्कूल च पढ़ सकते हैं। स्कूल च जो बच्चा पढ़ सकता है वो ऑनलाइन नहीं पढ़ सकता। ये गल तो असीं मनदे हां। एक गल भी चेते रखना, जो सतसंगत विच आके आनंद आ सकता टैलीविजन ते नहीं आना कि असीं घरे टैलीविजन ते सुन लैंदे हां जी, असीं ते व्हाट्सएप ते सतसंगत कर लिया। भी एक फैशन चल पिया, व्हाट्सएप ते सतसंगत कर लैंदे हां, गुरद्वारे आउण दी लोड़ ही नहीं। ये बिल्कुल उदां है जिवें ऑनलाइन बच्चे दीयां क्लासां लाई जाओ, किन्ना को अगे वधेगा। ठीक है, वधिया है, चंगा उद्यम है, माड़ा नहीं है। गुरबाणी दा कीर्तन घर सुनदे हो, वडभागी हो। गुरबाणी नूं तुसीं टैलीफोन ते सुनदे पढ़दे ते वडभागी हो। पर जे इस गढ़ दे राजे नूं पकड़ना है तो फिर सतसंगत तो बिना गल नहीं बननी। सतसंगत दी एक महानता है। सतसंगत विच आके जो ज्ञान मिलने, सतसंगत च आके जो निर्माणता मिलनी है, सतसंगत च आके जो प्यार पैदा होना। हुण तुसीं ईमानदारी नाल देखो, घर च हर वेले कीर्तन चले, बहुत ही खुशी की गल है। इत्थे बहुत भागां वाला घर है, बहुत भागां वाला वो व्यक्ति है। पर जिथों तक साडे अंदर एक प्यार का जज्बा पैदा होना है, जदों असीं सतसंगत रूप विच बैठांगे। इकल्लियां सुणदियां साडे मन च ख्याल हो गया, देखो जी हर वेले कीर्तन सुणदे रहिंदे आ। बहुत घर देखे ने, घर च हर वेले कीर्तन चलता रहिंदा है, किते सिमरन चलता रहिंदा है, बहुत खुशी की गल है। पर की वो कुछ करदे आ साडे अंदरों हंकार जितया गया? कि वो कुछ करदे आ साडा घर वाकई ही सचखंड बन गया, साडा हिरदा सच संतोख नाल भर गया? वो जे नहीं होया तो इसदा कारण है कि सतसंगत दी एक बरकत है। सतसंगत एक लवाटरी है, सतसंगत एक स्कूल है। गुरबाणी में सतगुरु जी ने सतसंगत नूं स्कूल किया है। सतसंगत सतगुरु चट साल है, जित हर गुण सिखा। चट साल में ना स्कूल जिथे चाटड़े पढ़ते। सतसंगत एक स्कूल है जिथे आके साडे अंदर प्यार पैदा होना है। बाबा कबीर साहब जी कहते कि एडे वड्डे आकी ते बागी राजे नूं एवें नहीं प्राप्त किया, ये तां काबू किया है तां साध संगत हर गुर की कृपा ते। साध संगत दी कृपा सदका ते गुरु दी बख्शिश सदका। ये साध संगत ते गुरु दी बख्शिश ते गुरु कोल ही आके मिलेगी ना। जे मैं घर च फोन ते सुनदा ना जी मैनू गुरुद्वारे जाण दी लोड़ नहीं, मैं ते बड़ा वड्डा गुरमुख हां, ते मेरे मन च बहुत वड्डा भरम है। ये भरम मेरे रस्ते च रुकावट बन जाएगा, अज बन चुका है। गुरुद्वारियां दे विचों सत संगत दे घटण दा कारण की पुछ लो, कहंदे जी व्हाट्सएप ते संगत कर लैंदे असीं ते घरे सुन लैंदे जी कथा, चंगी गल है, टाइम नहीं सुन ली चंगी गल। पर जो एकाग्रता गुरु दी हजूरी च बननी है, जो बख्शिश गुरु दियां नजरां दे सामने बैठ के मिलनी है। हुण आपां व्हाट्सएप ते रोटी क्यों नहीं मंगा लैंदे जी? रोटी रोटी करदे रहिए, मंगा लीए आपां, वो ते साईं कोल ही बैठ के खावांगे ना। सत संगत विच जो दात मिलनी, जो बख्शिश मिलनी है, जो गुरमुख रूहां दे बैठियां एनवायरमेंट बननी है, वो इकल्लियां साडे घर च जतन कीतियां भी नहीं बन सके। इस करके बाबा कबीर साहब जी कहते साध संगत अर गुर की कृपा ते पकड़ियो गढ़पुर राजा। भी मैं गुरु दे थापड़े सदका, गुरु दी बख्शिश सदका ते सत संगत दे प्रताप सदका मैं अपने इस बागी राजे नूं काबू कर लिया, जेड़ा किले अंदर शरीर दे किले अंदर बड़ा अपने बचाव दे साधन करके बैठा होया सी। हुण भगवत पीर शगत सिमरन की कटी काल पै फासी। भगवत पीर, भगवत मैना परमात्मा, पीर मैना परमात्मा दे प्यारियां दी भीड़। इहदा भी अर्थ सत संगत है। रब दे प्यारियां दी जिथे भीड़ है, जिथे रब दे प्यारे बैठे ने, भगवत पीर शगत सिमरन की अते सिमरन दी शक्ति सदका, सत संगत अते सिमरन दी शक्ति सदका कटी काल भै फासी। मेरे मन विचों काल दा डर ही कटिया गया, भै फांसी मेरे गल च फाही पई हुई सी। जिन्ने अवगुण आपां करदे आ उन्ने डर साडी जिंदगी च आई जांदे ने। किसे नूं नहीं पता मैं किते झूठ बोल लिया, किसी को नहीं पता, पर मेरे मन च एक सहम आ गया, किसी को पता ही ना लग जाए कि मैं झूठ बोल रहा। किसी को नहीं पता मैं किसी नाल हेरा फेरी कर ली, उन्होंने कोई नहीं बिल्कुल पता, क्योंकि बहुत भोले लोग उन्होंने पता नहीं लगता। लेकिन मैं जो हेरा फेरी कर ली, बेईमानी कर ली, मेरे मन च ख्याल किते किसी को पता ना लग जाए। वो भै दी फाही साडे गल च पै गई, भै दी फाही।
ਉਹ ਜਮ ਜਿਨ੍ਹਾਂ ਨੂੰ ਕਿਹਾ ਹੈ ਮਰਨ ਤੋਂ ਬਾਅਦ ਕੀ ਹੁੰਦਾ ਹੈ, ਇਹ ਤੇ ਜਾਵਾਂਗੇ ਤੇ ਪਤਾ ਲੱਗੇਗਾ। ਜਿਹੜੇ ਗਏ ਉਹ ਤੇ ਆਏ ਨਹੀਂ, ਉਹਨਾਂ ਦੱਸਿਆ ਨਹੀਂ ਕੀ ਹੁੰਦਾ, ਕਿਸੇ ਨੂੰ ਕੁਝ ਨਹੀਂ ਪਤਾ, ਕਲਪਨਾ। ਜਿਉਂਦੇ ਜੇ ਜਿਹੜੀਆਂ ਫਾਈਆਂ ਸਾਡੇ ਗਲ ਪਈਆਂ ਹੋਈਆਂ ਨੇ, ਜਿਉਂਦੇ ਜੀ ਜਮਾਂ ਦੀਆਂ ਫਾਈਆਂ, ਉਹ ਹੈ ਭੈ, ਉਹ ਹੈ ਚਿੰਤਾ, ਉਹ ਹੈ ਵਿਕਾਰ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਸਾਡੇ ਗਲ 'ਚ ਜੰਜੀਰਾਂ ਬਣ ਕੇ ਪੈ ਗਏ, ਸਾਨੂੰ ਇਹਨਾਂ ਨੇ ਫੜਿਆ ਹੋਇਆ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਸਤ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਜੁੜ ਕੇ ਮੈਂ ਆਪਣੇ ਅੰਦਰੋਂ ਕਾਲ ਦੀ ਫਾਹੀ ਕੱਢ ਦਿੱਤੀ, ਇਹਨਾਂ ਫਾਹੀਆਂ ਨੂੰ ਗਲੋਂ ਲਾ ਦਿੱਤਾ। ਹੁਣ ਮੈਂ ਸੁਤੰਤਰ ਹੋ ਗਿਆ। ਹੁਣ ਦਾਸ ਕਮੀਰ ਚੜਿਓ ਗੜ ਉੱਪਰ। ਮੇਰੀ ਸੁਰਤ ਜਿਹੜੀ ਪਹਿਲਾਂ ਬੱਝੀ ਪਈ ਸੀ ਨਾ ਇਹਨਾਂ ਬੰਧਨਾਂ ਦੇ ਅੰਦਰ, ਹੁਣ ਜਦੋਂ ਅਸੀਂ ਜੁੜਨ ਲੱਗਦੇ ਆ, ਕੋਈ ਨਾ ਕੋਈ ਔਗਣ ਮੂਹਰੇ ਖੜਾ ਹੋ ਜਾਂਦਾ, ਬਾਣੀ ਪੜਨ ਲੱਗਦੇ, ਕੋਈ ਨਾ ਕੋਈ ਸਾਡੇ ਫੁਰਨੇ ਪੈਦਾ ਹੋ ਜਾਂਦੇ, ਸਾਨੂੰ ਰੋਕ ਲੈਂਦੇ ਨੇ, ਸੁਰਤ ਨੂੰ ਬਾਣੀ ਵਿੱਚ ਖੁੱਭਣ ਹੀ ਨਹੀਂ ਦਿੰਦੇ, ਸੁਰਤ ਨੂੰ ਜੁੜਨ ਨਹੀਂ ਦਿੰਦੇ ਬਾਣੀ ਵਿੱਚ। ਉਹ ਸਾਡੇ ਬੰਧਨ ਨੇ ਜਿਹੜੇ ਸਾਡੀ ਸੁਰਤ ਨੂੰ, ਜਿਵੇਂ ਕਿਸੇ ਨੂੰ ਨਾ ਤੁਸੀਂ ਕੈਦੀ ਬਣਾ ਕੇ ਰੱਖ ਲਓ, ਕੈਦੀ ਬਣਾ ਕੇ, ਉਹ ਕੈਦੀ ਬੰਦਾ ਜਿਹੜਾ ਬੰਨਿਆ ਹੋਇਆ ਉਹ ਕੀ ਕਰੇਗਾ, ਉਹ ਕੋਈ ਆਨੰਦ ਥੋੜਾ ਮਾਣ ਸਕੇਗਾ, ਉਹ ਤੇ ਕੈਦੀ ਹੈ। ਸਾਡਾ ਮਨ ਕੈਦੀ ਹੋ ਗਿਆ। ਗੁਰਬਾਣੀ 'ਚ ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਤਾਂ ਰਾਜੇ, ਪਰ ਅਸੀਂ ਰਾਜੇ ਹੁੰਦਿਆਂ ਹੋਇਆਂ ਕੈਦੀ ਬਣ ਗਏ। ਗੌੜੀ ਰਾਗ ਦਾ ਗੁਰੂ ਕਾ ਇੱਕ ਬਚਨ ਜਿੱਥੇ ਕਹਿੰਦੇ ਨੇ ਕਿ ਪ੍ਰਥਮੇ ਤੇਰੀ ਨੀਕੀ ਜਾਤ, ਦੁਤੀਆ ਤੇਰੀ ਮਨੀਏ ਪਾਤ, ਤ੍ਰਿਤੀਆ ਤੇਰਾ ਸੁੰਦਰ ਥਾਨ, ਬਿਗੜ ਰੂਪ ਮਨ ਮੈਂ ਅਭਿਮਾਨ। ਤੈਨੂੰ ਮਨੁੱਖਾ ਜ਼ਿੰਦਗੀ ਦਿੱਤੀ, ਇੰਨੀ ਉੱਤਮ ਜਾਤ ਤੇਰੀ, ਤੇਰਾ ਇੰਨਾ ਸਤਿਕਾਰ ਸਮਾਜ ਦੇ ਵਿੱਚ, ਪਰ ਬਿਗੜ ਰੂਪ ਮਨ ਮੈਂ ਅਭਿਮਾਨ। ਤੇਰੇ ਮਨ 'ਚ ਜਿਹੜਾ ਹੰਕਾਰ ਆ ਗਿਆ, ਉਹਨੇ ਤੇਰੇ ਰੂਪ ਨੂੰ ਵਿਗਾੜ ਦਿੱਤਾ। ਅਤ ਸੂਚੀ ਤੇਰੀ ਪਾਕਸਾ, ਤੇਰੀ ਰਸੋਈ ਘਰ ਬੜਾ ਸੋਹਣਾ ਹੈ, ਕਰ ਸਨਾਨ ਸੋਚ ਮਾਲ, ਤੂੰ ਸੁੰਦਰ ਸਨਾਨ ਕਰਕੇ ਸੋਹਣੇ ਕੱਪੜੇ ਪਾਉਨੇ, ਪਰ ਤੇਰੇ ਅੰਦਰ ਜਿਹੜਾ ਈਰਖਾ ਹੈ, ਤੇਰੇ ਅੰਦਰ ਜਿਹੜਾ ਹੰਕਾਰ ਹੈ, ਤੇਰੇ ਅੰਦਰ ਜਿਹੜਾ ਕ੍ਰੋਧ ਹੈ, ਤੇਰੇ ਅੰਦਰ ਜਿਹੜਾ ਕਾਮ ਹੈ, ਇਹਨਾਂ ਸਾਰੇ ਨੇ ਤੈਨੂੰ ਕੈਦੀ ਬਣਾ ਲਿਆ। ਤੂੰ ਤਾਂ ਇਸ ਧਰਤੀ में तेरी सिकदारी, अवर जोन तेरी पनिहारी। तू इस धरती दा राजा सै, चौधरी सा, बाकी चूना जूना तेरियां पानी भरनहार सन। ਇਹ ਧਰਤੀ ਦਾ ਚੌਧਰੀ ਤੇ ਪਸ਼ੂਆਂ ਨੂੰ ਮੱਥੇ ਟੇਕਣ ਲੱਗ ਪਿਆ, ਸੱਪਾਂ ਦੀਆਂ ਖੁੱਡਾਂ ਤੇ ਮੱਥੇ ਟੇਕੀ ਜਾਂਦਾ, ਕਬਰਾਂ ਤੇ ਮੱਥੇ ਟੇਕੀ, ਮਿੱਟੀ ਦੀਆਂ ਢੇਰੀਆਂ ਤੇ ਜਿੱਥੇ ਮਰਜ਼ੀ ਲਾ ਕੇ ਨਹਿਰ ਤੇ ਖੜੇ ਕਰ ਦੋ, ਉੱਥੇ ਹੀ ਪਤਾ ਨਹੀਂ ਕਿਹੜਾ ਪੀਰ ਬਣ ਜਾਂਦਾ, ਭੀੜਾਂ ਲੱਗ ਜਾਂਦੀਆਂ ਨੇ। ਇੰਨੀ ਦੁਰਗਤ ਹੋ ਗਈ ਇਸ ਮਨੁੱਖ ਦੀ ਕਿ ਮਿੱਟੀ ਦੀਆਂ ਢੇਰੀਆਂ ਤੇ ਇਕੱਠਾ ਹੋਣ ਲੱਗ ਪਿਆ। ਔਰ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਕਿ ਇਹ ਮਨੁੱਖ ਜਦੋਂ ਅੰਦਰੋਂ ਜੁੜ ਗਿਆ, ਹੁਣ ਤੇ ਜਿਸ ਜਾਕੋ ਦਇਆ ਮਿਆ ਹਰ ਰਾਏ, ਸਭ ਬੰਦੀ ਤੇ ਲਈ ਛਡਾਏ। ਕਹੋ ਨਾਨਕ ਸਫਲ ਉਹ ਕਾਇਆ, ਸਾਧ ਸੰਗ ਜਿਨ ਹਰਸ ਪਾਇਆ। ਉਹ ਕਾਇਆ ਸਫਲ ਹੈ ਜਿਹਦਾ ਮਨ ਸੁਤੰਤਰ ਹੋ ਗਿਆ ਬੰਧਨਾਂ ਤੋਂ। ਉਹ ਸੁਤੰਤਰ ਬਾਬਾ ਕਬੀਰ ਸਾਹਿਬ ਜੀ ਨੇ ਹੋਣ ਦੀ ਯੁਗ ਦਰਸਾਈ, ਕੱਟੀ ਕਾਲ ਪੈ ਫਾਸੀ। ਹੁਣ ਜਦੋਂ ਸੁਤੰਤਰ ਹੋ ਗਿਆ, ਦਾਸ ਕਬੀਰ ਚੜਿਓ ਗੜ ਉੱਪਰ। ਇਹ ਦਾਸ ਕਬੀਰ ਨੇ ਹੁਣ ਇਸ ਸਰੀਰ ਦੇ ਕਿਲੇ ਤੇ ਕਬਜ਼ਾ ਕਰ ਲਿਆ। ਰਾਜ ਲਿਓ ਅਵਿਨਾਸੀ, ਅਵਿਨਾਸੀ ਰਾਜ ਮਾਣ ਲਿਆ, ਅਵਿਨਾਸੀ ਸੁਖ। ਮਨੁੱਖ ਇਸ ਧਰਤੀ ਤੇ ਰਾਜਾ ਬਣ ਕੇ ਆਇਆ ਹੈ, ਅਵਿਨਾਸੀ ਰਾਜ ਮਾਣਨ ਲਈ ਆਇਆ, ਦੁਖੀ ਹੋਣ ਲਈ ਨਹੀਂ ਆਇਆ। ਮਨੁੱਖ ਜੇ ਦੁਖੀ ਹੈ, ਉਹਦਾ ਕਾਰਨ ਹੈ ਇਹ ਬੰਧਨਾਂ 'ਚ ਪੈ ਗਏ, ਉਹਦਾ ਕਾਰਨ ਹੈ ਕਿ ਮਾਇਆ ਦੇ ਢੇ ਚੜ ਗਏ, ਉਹਦਾ ਕਾਰਨ ਹੈ ਕਿ ਔਗਣਾਂ ਦੇ ਢੇ ਚੜ ਗਏ। ਇਹ ਬੜਾ ਆਫਰਿਆ ਫਿਰਦਾ ਕਿ ਮੈਂ ਬੜਾ ਬਲਵਾਨ ਹਾਂ, ਮੈਂ ਬੜਾ ਤਾਕਤਵਰ ਹਾਂ, ਔਰ ਇਹ ਬਾਗੀ ਹੋ ਕੇ ਸੋਚਦਾ ਕਿ ਮੈਂ ਸਰੀਰ ਤੇ ਕਬਜ਼ਾ ਕਰ ਲਿਆ, ਹੁਣ ਮੈਂ ਹੀ ਜ਼ਿੰਦਗੀ ਤੇ ਰਾਜ ਕਰਾਂਗਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇਹਨੂੰ ਕਾਬੂ ਕਰਨ ਦੀ ਲੋੜ ਹੈ। ਇਹਨੂੰ ਕਾਬੂ ਕਰਨ ਦੇ ਲਈ ਲੋੜ, ਤਰੀਕਾ ਇਹ ਹੈ, ਸਤ ਸੰਗਤ ਵਿੱਚ ਆ ਕੇ, ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜ ਕੇ, ਗੁਰੂ ਕੀ ਪਵਿੱਤਰ ਬਾਣੀ ਦਾ ਗਿਆਨ ਪ੍ਰਾਪਤ ਕਰਕੇ, परम पिता वाहिगुरु जी के प्यार में जुड़ के, सिमरन में जुड़ के, सत संगत की बरकत के नाल तुसी अपने इस मन बागी राजे नूं काबू कर सकते हो। जदों तुसी मन नूं काबू कर लिया, मन जीते जग जीत। दुनिया के सारे सुख तुहाडे चरणों च आके डिग पैणगे जदों तुसी मन नूं काबू कर लोगे। मन नूं काबू करन दा सब तो उत्तम साधन सतगुरु सच्चे पातशाह जी ने दिता, सत संगत अते गुरु की बाणी। बाबा नानक जी ने कहा सी, गुर संगत बाणी बिना दूजी ओट नहीं है राई। सानू गुरु की संगत ते बाणी तो बिना होर कोई आसरा नहीं है। सतगुरु जी जिथे जाते सन क्या करते सन, भाई सत संगत करिया करो, दोए वेले धर्मशाल आया करो, सत संगत करिया करो। ये सत संगत वो स्थान है विच संगत हर प्रभ वसे जीव। ये सत संगत वो स्थान है
ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਇਹ ਸਤ ਸੰਗਤ ਸੱਚਖੰਡ ਹੈ। ਕਿਸੇ ਸੱਚਖੰਡ ਦੀ ਉਸ ਦੀ ਜਿਹੜਾ ਮਰਨ ਤੋਂ ਬਾਅਦ ਮਿਲੇ ਉਹਦੇ ਲਾਰੇ 'ਚ ਉਹਦੀ ਆਸ 'ਚ ਰਹਿਣ ਦੀ ਲੋੜ ਨਹੀਂ ਹੈ ਗੁਰਸਿੱਖ ਨੂੰ। ਉਹਨੂੰ ਤੇ ਸੱਚਖੰਡ ਉਹਨੇ ਮਿਲਿਆ ਹੋਇਆ, ਉਹਨੂੰ ਤਾਂ ਬਿਸਤ ਹੁਣੀ ਮਿਲੀ ਹੋਈ ਹੈ, ਉਹਨੂੰ ਤੇ ਸਵਰਗ ਇੱਥੇ ਮਿਲਿਆ ਹੋਇਆ। ਕਿਸੇ ਉਸ ਰੱਬ ਦੇ ਘਰ ਦੇ ਲਾਰੇ 'ਚ ਰਹਿਣ ਦੀ ਲੋੜ ਨਹੀਂ ਜਿਹੜਾ ਕੁਝ ਉਹ ਉੱਪਰ ਰੱਬ ਬੈਠਾ ਹੋਇਆ ਹੈ, ਸੱਤਵੇਂ ਆਕਾਸ਼ ਤੇ ਬੈਠਾ ਹੋਇਆ, ਕਿਤੇ ਵੱਖਰਾ ਬੈਠਾ ਹੋਇਆ। ਉਹਨੂੰ ਤੇ ਰੱਬ ਦਾ ਘਰ ਮਿਲ ਗਿਆ, ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਸਤ ਸੰਗਤ ਵਿੱਚ ਪਰਮਾਤਮਾ ਵਸਦਾ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੁਣ ਸਤ ਸੰਗਤ ਦੀ ਕਿਰਪਾ ਸਦਕਾ, ਗੁਰੂ ਦੀ ਮਿਹਰ ਸਦਕਾ, ਵਾਹਿਗੁਰੂ ਜੀ ਦੀ ਸਿਮਰਨ ਦੀ ਸ਼ਕਤੀ ਸਦਕਾ ਪਕੜਿਓ ਗੜ ਕੋ ਰਾਜਾ। ਤੇ ਜਦੋਂ ਇਸ ਰਾਜੇ ਨੂੰ ਕਾਬੂ ਕਰ ਲਿਆ, ਹੁਣ ਰਾਜ ਲਿਓ ਅਵਿਨਾਸੀ। ਮੈਂ ਅਵਿਨਾਸੀ ਸੁਖ ਪ੍ਰਾਪਤ ਕਰ ਲਿਆ, ਉਹ ਸੁਖ ਜਿਹੜਾ ਕਦੀ ਖਤਮ ਨਾ ਹੋਵੇ। ਉਹ ਰਾਜ ਜਿਹਨੂੰ ਕਹਿੰਦੇ ਨੇ ਸਗਲ ਸ੍ਰਿਸ਼ਟ ਕਾ ਰਾਜਾ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨ ਪਤਨ ਆਦਰੋ, ਉਦਿਆਨ ਪ੍ਰਮਿੰਨਾ, ਮਿੱਤਰ ਨ ਏਠ ਤਨ ਰੂਪ ਹੀਣ ਕੇ ਸਾਕ ਨ ਛਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ, ਸਗਲ ਸ੍ਰਿਸ਼ਟ ਦਾ ਰਾਜਾ। ਕਿਸੇ ਇੱਕ ਖਿੱਤੇ ਦੇ ਰਾਜਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਕਿਸੇ ਇੱਕ ਸਟੇਟ ਦੇ, ਇੱਕ ਮੁਲਕ ਦੇ ਰਾਜੇ ਹੋਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਕਿਸੇ ਕੁਝ ਮੁਲਕਾਂ ਦੇ ਰਾਜੇ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਆਪਣੇ ਆਪ ਦੇ ਮਾਲਕ ਹੋਣਾ, ਸਾਰੀ ਦੁਨੀਆ ਦੇ ਰਾਜੇ ਹੋਣੇ। ਜਿਹੜਾ ਆਪਣੇ ਮਨ ਦਾ ਮਾਲਕ ਨਹੀਂ ਬਣ ਸਕਿਆ, ਉਹ ਦੁਨੀਆ ਦੇ ਰਾਜ ਕਰਦਾ ਹੋਇਆ ਵੀ ਗੁਲਾਮ ਹੀ ਰਹਿੰਦਾ ਹੈ, ਗੁਲਾਮਾਂ ਵਾਲੀ ਜ਼ਿੰਦਗੀ ਭੋਗਦਾ ਹੈ ਔਰ ਦੁਖੀ ਰਹਿੰਦਾ ਹੈ। ਗੁਰਮਤਿ ਨੇ ਸਭ ਤੋਂ ਪਹਿਲਾਂ ਆਪਣੇ ਮਨ ਤੇ ਰਾਜ ਕਰਨ ਦੀ ਗੱਲ ਕੀ। ਮਨ ਨੂੰ ਜਿੱਤ ਲਓਗੇ ਜਗਤ ਦੇ ਜੇਤੂ ਬਣ ਗਏ। ਬਾਬਾ ਕਬੀਰ ਸਾਹਿਬ ਜੀ ਨੇ ਮਨ ਨੂੰ ਜਿੱਤਣ ਦੀ ਬੜੀ ਪਿਆਰੀ ਜੁਗ ਦਰਸਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਗੁਰੂ ਕੇ ਬਚਨ ਸਾਡੇ ਹਿਰਦਿਆਂ 'ਚ ਵਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ। ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਨਾਮ ਬਾਣੀ ਦਾ ਪਿਆਰ ਬਖਸ਼ਣ, ਦਰੋਂ ਕਰੋ ਬਖਸ਼ਿਸ਼ ਕਰਨ, ਕਰਾਂ ਸੁਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਾਰੇ ਹੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ